ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਤੇ ਮੈਂ ਹਰਿੰਦਰ ਸਿੰਘ ਗਿੱਲ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਖੜੇ ਹਾਂ ਗੇਟ ਦੇ ਉੱਤੇ। ਤੇ ਜਿਹੜਾ ਜਥਾ ਜਾਣਾ ਸੀਗਾ ਪਾਕਿਸਤਾਨ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਸੀਗਾ ਉਸ ਨੂੰ 100 ਸਾਲ ਜਿਹੜੇ ਆ ਉਹ ਹੋਏ ਆ। ਉੱਥੇ ਵੱਡੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸੀ, ਪਰ ਵੀਜ਼ੇ ਲੱਗਣ ਦੇ ਬਾਵਜੂਦ ਵੀ ਜਿਹੜੇ ਸ਼ਰਧਾਲੂਆਂ ਨੇ ਜਾਣਾ ਸੀਗਾ ਉਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਆਗਿਆ ਨਹੀਂ ਦਿੱਤੀ ਗਈ। ਸੋ ਅੰਦਰ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੇ ਨਾਲ ਤੇ ਨਾਲ ਹੀ ਗੱਲਬਾਤ ਕਰਾਂਗੇ ਹੋਰ ਅਹੁਦੇਦਾਰਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਇਸ ਬਾਬਤ ਕਿ ਕਿਉਂ ਇਹ ਸਾਰੇ ਸ਼ਰਧਾਲੂ ਜਿਹੜੇ ਆ ਉਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਆ, ਕਿਉਂਕਿ ਬੜਾ ਵੱਡਾ ਪ੍ਰੋਗਰਾਮ ਸੀਗਾ ਨਨਕਾਣਾ ਸਾਹਿਬ ਵਿਖੇ। ਇਹ ਪ੍ਰੋਗਰਾਮ ਜਿਹੜੇ ਮਨਾਏ ਜਾਣੇ ਸੀਗੇ। ਸੋ ਆਓ ਗੱਲਬਾਤ ਕਰਦੇ ਹਾਂ ਅੰਦਰ ਚੱਲ ਕੇ ਤੇ ਨਾਲ ਹੀ ਜਿਹੜੇ ਸ਼ਰਧਾਲੂ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੀਜ਼ੇ ਲੱਗੇ ਸੀਗੇ ਹੁਣ ਉਹ ਜਾ ਨਹੀਂ ਸਕੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਕੀ ਕਹਿਣਾ ਹੈ। ਸੋ ਜਥਾ ਜਿਹੜਾ ਪਾਕਿਸਤਾਨ ਵੀਜ਼ੇ ਲੱਗਣ ਦੇ ਬਾਵਜੂਦ ਵੀ ਜਾਣ ਨਹੀਂ ਦਿੱਤਾ ਗਿਆ, ਉਸ ਦੀ ਬਾਬਤ ਅਸੀਂ ਗੱਲਬਾਤ ਕਰਾਂਗੇ। ਐਸਜੀਪੀਸੀ ਮੈਂਬਰ ਭਾਈ ਹਰਪਾਲ ਸਿੰਘ ਜੱਲਾ ਸਾਡੇ ਨਾਲ ਨੇ, ਲੁਧਿਆਣੇ ਤੋਂ ਐਸਜੀਪੀਸੀ ਮੈਂਬਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਇਹ ਜਥਾ ਵੀਜ਼ਾ ਲੱਗੇ ਦੇ ਬਾਵਜੂਦ ਵੀ ਜਾਣ ਨਹੀਂ ਦਿੱਤਾ ਤੇ ਬੜਾ ਸ਼ਾਰਟ ਨੋਟਿਸ ਜਿਹੜਾ ਆ ਉਹ ਆਇਆ ਕਿ ਹਾਂ ਇਹ ਜਥਾ ਜਿਹੜਾ ਆ ਸਿਕਿਉਰਿਟੀ ਰੀਜ਼ਨ ਤੇ ਕੋਵਿਡ ਦੇ ਰੀਜ਼ਨ ਜਿਹੜੇ ਆ ਦਿੱਤੇ ਗਏ ਆ। ਪਰ ਨਵੰਬਰ ਦੇ ਵਿੱਚ ਵੀ ਇੱਕ ਜਥਾ ਗਿਆ ਸੀਗਾ, ਕੋਵਿਡ ਤੇ ਉਦੋਂ ਵੀ ਸੀਗਾ, ਪਰ ਕਿਤੇ ਨਾ ਕਿਤੇ ਸਰਕਾਰ ਦੀ ਨੀਅਤ ਦੇ ਉੱਤੇ ਜਿਹੜਾ ਆ ਉਹ ਸ਼ੱਕ ਹੁੰਦਾ। ਦੇਖੋ ਇਹ ਤਾਂ ਹੁਣ ਜੱਗ ਜ਼ਾਹਰ ਹੋ ਗਈ ਗੱਲ, ਕਿਉਂਕਿ ਸਿੱਖਾਂ ਦੀ ਆਸਥਾ ਜਿਹੜੀ ਉਹ ਪਾਕਿਸਤਾਨ ਦੇ ਅੰਦਰ ਜੋ ਸਾਡੇ ਗੁਰਧਾਮ ਨੇ ਜਿਨ੍ਹਾਂ ਦੇ ਬਾਰੇ ਹਰ ਸਿੱਖ ਜਿਹੜਾ ਹਰ ਰੋਜ਼ ਅਰਦਾਸ ਕਰਦਾ ਹੈ ਵੀ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਮਹਾਰਾਜ ਕਿਰਪਾਲਤਾ ਕਰੋ, ਬਖਸ਼ਿਸ਼ ਕਰੋ। ਅਤੇ ਜਿੱਥੋਂ ਤੱਕ ਰਾਤੀ ਜਿਹੜਾ ਇਹ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ, ਇਹ ਬੜਾ ਮੰਦਭਾਗਾ ਫੈਸਲਾ ਹੈ, ਕਿਉਂਕਿ ਜਿਹੜਾ ਬਹਾਨਾ ਲਾਇਆ ਵੀ ਇਹ ਕਰੋਨਾ ਕਰਕੇ ਜਾਂ ਕਿਸੇ ਸਿਕਿਉਰਿਟੀ ਕਾਰਨਾਂ ਕਰਕੇ ਇਹਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਤੁਸੀਂ ਦੇਖੋ ਕਰੋਨਾ ਦੀ ਗੱਲ ਆ ਜਿਹੜੀ ਉਹ ਸਾਰੇ ਦੇਸ਼ ਨੇ ਸਾਰੇ ਵਰਲਡ ਨੇ ਇਸ ਸੰਤਾਪ ਨੂੰ ਹੰਢਾਇਆ, ਲੇਕਿਨ ਇਹ ਹੌਲੀ ਹੌਲੀ ਇਸ ਮਾਰ ਤੋਂ ਇਹ ਜਿਹੜਾ ਸੰਸਾਰ ਨਿਕਲਦਾ ਚਲਿਆ ਗਿਆ। ਅਤੇ ਅਸੀਂ ਤੇ ਮੈਂ ਹੁਣ ਤੁਸੀਂ ਦੇਖੋ ਵੀ ਮੈਂ ਆਪ ਨਵੰਬਰ ਦੇ ਵਿੱਚ ਜਾ ਕੇ ਆਇਆ, ਉੱਥੇ ਸਾਰਾ ਸੀ ਰਹਿ ਕੇ ਆਇਆ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਕੋਈ ਐਸੀ ਗੱਲ ਨਹੀਂ ਹੋਈ। ਅਤੇ ਬਾਕੀ ਹੋਰਾਂ ਪਾਸੇ ਵੀ ਸਾਰੇ ਸੰਸਾਰ ਦੇ ਲੋਕ ਜਾਂਦੇ ਨੇ, ਆਉਂਦੇ ਜਾਂਦੇ ਨੇ, ਲੇਕਿਨ ਮੈਂ ਅਨੁਭਵ ਕਰਦਾ ਕਿ ਕੇਂਦਰ ਸਰਕਾਰ ਹੈ ਜਿਹੜੀ ਦਿੱਲੀ ਦੇ ਤਖ਼ਤ 'ਤੇ ਭਾਵੇਂ ਕੋਈ ਵੀ ਬੈਠਿਆ, ਭਾਵੇਂ ਕਾਂਗਰਸ ਵਾਲੇ ਨੇ, ਭਾਵੇਂ ਬੀਜੇਪੀ ਵਾਲੇ ਨੇ, ਕੋਈ ਵੀ ਹੈ ਜਿਹੜਾ ਉਹਦੀ ਹਮੇਸ਼ਾ ਜਿਹੜੀ ਹੈ ਕਹਿਰੀ ਅੱਖ ਹੈ ਜਿਹੜੀ ਉਹ ਪੰਜਾਬ ਵੱਲ ਨੂੰ ਰਹੀ ਹੈ, ਵਿਸ਼ੇਸ਼ ਕਰਕੇ ਸਿੱਖਾਂ ਵੱਲ ਨੂੰ ਰਹੀ ਹੈ। ਤੁਸੀਂ ਅੰਦਾਜ਼ਾ ਲਾਓ ਵੀ ਇਹ ਜਿਹੜਾ ਸਾਕਾ ਨਨਕਾਣਾ ਸਾਹਿਬ ਆ ਜਿਸ ਦੇ ਲਈ ਸਿੱਖ ਸੰਗਤ ਜਾ ਰਹੀ ਸੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਜਿਸ ਦੀ ਅਗਵਾਈ ਸਿੱਖ ਕੌਮ ਦਾ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਜਿੱਥੋਂ ਸਿੱਖ ਹਮੇਸ਼ਾ ਅਗਵਾਈ ਲੈਂਦਾ, ਉਹਨਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਗਵਾਈ ਕਰਕੇ ਜਾ ਰਹੇ ਸਨ। ਲੇਕਿਨ ਤੇ ਐਨ ਮੌਕੇ 'ਤੇ ਜਾ ਕੇ ਇਹ ਬਹਾਨੇ ਲਾ ਕੇ ਇਹਨੂੰ ਰੱਦ ਕਰਨਾ ਇੱਕ ਬੜੀ ਮੰਦਭਾਗੀ ਗੱਲ ਹੈ। ਇਹ ਤੁਸੀਂ ਅੰਦਾਜ਼ਾ ਲਾਓ ਵੀ ਨਨਕਾਣਾ ਸਾਹਿਬ ਦੀ ਧਰਤੀ ਕਿਤੇ ਐਵੇਂ ਨਹੀਂ ਹੈ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਕੱਲ੍ਹ ਤਾਰਨ ਗੁਰੂ ਨਾਨਕ ਆਇਆ। ਹਾਂਜੀ, ਅਤੇ ਉਸ ਸਥਾਨ 'ਤੇ ਸੰਗਤਾਂ ਨੇ ਜਾਣਾ ਸੀ ਜਿਸ ਨੂੰ ਜਦੋਂ ਮਹੰਤਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ। ਮਹੰਤ ਨਰੈਣੂ ਦਾਸ ਹੋਰਾਂ ਨੇ ਉੱਥੇ ਜਾਸੀ ਦੇ ਅੱਡਾ ਬਣਾਇਆ, ਉਹਨੂੰ ਸ਼ਰਾਬ ਪੀਂਦੇ ਸੀ, ਕਬਾਬੀ ਕਰਦੇ ਸੀ ਅਤੇ ਧੀਆਂ ਦੀ ਬੇਪਤੀ ਹੁੰਦੀ ਸੀ। ਸਿੰਧ ਤੋਂ ਆਈ ਲੜਕੀ ਨਾਲ ਬਲਾਤਕਾਰ ਹੋਇਆ ਅਤੇ ਲੈਲਪੁਰ ਤੋਂ ਆਈਆਂ ਲੜਕੀਆਂ 6 ਦੇ ਨਾਲ ਬਲਾਤਕਾਰ ਹੋਇਆ। ਅਤੇ ਇਹ ਗੱਲਾਂ ਸਾਰੀਆਂ ਜਦੋਂ ਸਿੱਖਾਂ ਦੀ ਬਰਦਾਸ਼ਤ ਤੋਂ ਬਾਹਰ ਚਲੀਆਂ ਗਈਆਂ ਅਤੇ ਫਿਰ ਸਿੱਖਾਂ ਨੇ ਇੱਕ ਵੱਡਾ ਫੈਸਲਾ ਲਿਆ ਕਿ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣਾ ਅਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਛਡਾਉਣਾ ਹੈਗਾ, ਉਹਨਾਂ ਦਾ ਪ੍ਰਬੰਧ ਸੰਭਾਲਣਾ ਹੈ। ਅਤੇ ਭਾਈ ਲਛਮਣ ਸਿੰਘ ਧਾਰੋਵਾਲੀ ਆਪਣਾ ਜੱਥਾ ਤਿਆਰ ਕੀਤਾ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਆਪਣਾ ਜੱਥਾ ਤਿਆਰ ਕੀਤਾ ਸਰਦਾਰ ਬੂਟਾ ਸਿੰਘ ਹੋਰਾਂ ਦੇ ਨਾਲ ਸਲਾਹ ਕਰਕੇ, ਅਤੇ ਉਹ ਜੱਥੇ ਦੀ ਤਿਆਰੀ ਹੋ ਗਈ ਅਤੇ ਜੱਥੇ ਆਪੋ ਆਪਣੇ ਥੰਮ ਤੋਂ ਤੁਰ ਪਏ। ਜਦੋਂ ਨਨਕਾਣਾ ਸਾਹਿਬ ਦੇ ਬਾਰ-ਬਾਰ ਜਾ ਕੇ ਸ਼ਹਿਰ ਦੇ ਪੱਠਿਆਂ ਕੋਲ ਦੋਨਾਂ ਜੱਥੇ ਨੇ ਇਕੱਠੇ ਹੋਣਾ ਸੀ ਅਤੇ ਜਿਹੜਾ ਨਰੈਣੂ ਦੱਸਦੀ ਉਹਦੇ ਵਿੱਚ ਸਾਡਾ ਇੱਕ ਸਿੱਖ ਕੌਮ ਨੇ ਇੱਕ ਬੰਦਾ ਭਾਈ ਵਰਿਆਮ ਸਿੰਘ ਸੂਹੀਆ ਦੇ ਤੌਰ 'ਤੇ ਛੱਡਿਆ ਸੀ। ਅਤੇ ਜਦੋਂ ਉਸ ਨੇ ਆ ਕੇ ਸੂਹ ਦਿੱਤੀ ਕਿ ਉੱਥੇ ਨਰੈਣੂ ਨੇ ਇਹ ਫੈਸਲਾ ਕੀਤਾ ਹੋਇਆ ਕਿ ਸਿੱਖਾਂ ਨੂੰ ਮਾਰ ਮੁਕਾਉਣਾ, ਉਹਨਾਂ ਨੂੰ ਖੁਰਾ ਖੁਦ ਖਤਮ ਕਰ ਦੇਣਾ, ਅਕਾਲੀਆਂ ਦਾ ਅਤੇ ਸ਼੍ਰੋਮਣੀ ਕਮੇਟੀ ਦੇ ਜਾਂ ਜੋ ਵੀ ਹੈਗਾ ਸਿੱਖ ਕੌਮ ਨਾਲ ਸੰਬੰਧਿਤ ਬੰਦੇ ਨੇ ਜਿਹੜੇ,
ਤੇ ਫਿਰ ਵਕਤ ਦੇ ਸਿੱਖਾਂ ਨੇ ਮਾਸਟਰ ਤਾਰਾ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਲਾਹੌਰ ਅਕਾਲੀ ਅਖਬਾਰ ਦੇ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਤੇ ਉਹਦੇ 'ਤੇ ਦਸਤਖਤ ਕਰਕੇ ਚਿੱਠੀ ਤੇ ਤਾਂ ਕਿ ਜਾਨੀ ਨੁਕਸਾਨ ਨਾ ਹੋਵੇ ਸਿੱਖਾਂ ਦਾ ਤੇ ਉਹਨਾਂ ਜੱਥੇ ਨੂੰ ਰੋਕਿਆ ਜਾਵੇ। ਲੇਕਿਨ ਜਦੋਂ ਭਾਈ ਬੂਟਾ ਸਿੰਘ ਆਪਣਾ ਫੈਸਲਾ ਇਹ ਲੈ ਕੇ ਕਿ ਮੈਂ ਉਹਨਾਂ ਨੂੰ ਰੋਕਾਂਗਾ, ਕੋਈ ਗੱਲ ਨਹੀਂ, ਤੱਕ ਨੁਕਸਾਨ ਹੋਵੇ, ਮੈਂ ਚਾਹੁੰਦਾ ਮੈਂ ਰੋਕਦਾ। ਲੇਕਿਨ ਭਾਈ ਕਰਤਾਰ ਸਿੰਘ ਝੱਬਰ ਹੁਣੀ ਤੇ ਮੰਨ ਗਈ ਵੀ ਠੀਕ ਹੈ, ਨਹੀਂ ਨੁਕਸਾਨ ਹੋਣਾ ਚਾਹੀਦਾ। ਲੇਕਿਨ ਭਾਈ ਲਛਮਣ ਸਿੰਘ ਜੀ ਧਾਰੋਵਾਲ ਨੇ ਆਖਿਆ ਕਿ ਮੈਂ ਅਰਦਾਸਾ ਕਰਕੇ ਚੱਲਿਆ, ਸਿੱਟੇ ਕੋਈ ਵੀ ਹੋਣ ਤੇ ਮੈਂ ਤੇ ਉੱਥੇ ਜਾਵਾਂਗਾ। ਤੇ ਉਹ ਆਪਣਾ 150-200 ਸਿੱਖਾਂ ਦਾ ਜੱਥਾ ਲੈ ਕੇ ਦਰਸ਼ਨੀ ਡਿਊਟੀ 'ਚ ਗਏ। ਉੱਥੇ ਸ਼ਬਦ ਪੜ੍ਹਨ ਲੱਗੇ ਤੇ ਆਪ ਭਾਈ ਧਾਰੋਵਾਲੀ ਜੀ ਗੁਰੂ ਸਾਹਿਬ ਦੀ ਤਾਬਿਆ ਬੈਠੇ ਤੇ ਨਰੈਣੂ ਦੇ ਗੁੰਡਿਆਂ ਨੇ ਉਹਨਾਂ 'ਤੇ ਗੋਲੀਆਂ ਚਲਾਈਆਂ, ਉਹਨਾਂ 'ਤੇ ਵਰਸ਼ਾਂ ਦੇ ਨਾਲ, ਛਵੀਆਂ ਦੇ ਨਾਲ, ਕੁਹਾੜਿਆਂ ਦੇ ਨਾਲ ਉਹਨੂੰ ਮੁੱਢੀਆਂ 'ਤੇ ਰੱਖ ਕੇ ਉਹਨਾਂ ਦੇ ਟੁਕੜੇ ਕੀਤੇ। ਤੇ ਉਹ ਐਡਾ ਦਰਦਨਾਕ ਜਿਹੜੀ ਘਟਨਾ ਸੀ, ਉਹਨੂੰ ਤੇਲ ਪਾ ਕੇ ਸਾੜਿਆ ਗਿਆ। ਤੇ ਭਾਈ ਬੂਟਾ ਸਿੰਘ ਨੇ ਜਾ ਕੇ ਕਿਹਾ ਕਿ ਉਹ ਨਰੈਣੂ ਇਹ ਕਿਉਂ ਕਰ ਰਹੇ ਹੋ ਤੁਸੀਂ ਨਰੈਣ ਦਾਸ, ਤੇ ਉਹਨੂੰ ਵੀ ਕਹਿੰਦੀ ਇਹ ਅਕਾਲੀ, ਇਹਨੂੰ ਵੀ ਚੱਕ, ਉਹਨੂੰ ਵੀ ਚੱਕ ਕੇ ਅੱਗੇ ਦੇ ਵਿਸੜ। ਸਭ ਤੋਂ ਵੱਡੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਇਹ ਸਾਡੇ ਪੈਲ ਹਲਕੇ ਦੇ ਵਿੱਚ ਇੱਕ ਨਗਰ ਆ ਸਾਡਾ ਲੁਧਿਆਣਾ ਜ਼ਿਲ੍ਹੇ ਦਾ, ਨਾਮ ਅੰਬਰ ਜਰਗ, ਜਿੱਥੋਂ ਇਹ ਮੇਰੇ ਨਾਲ ਨੇ ਭਾਈ ਸਾਹਿਬ ਵੀ ਉਸ ਪਰਿਵਾਰ ਦੇ ਵਿੱਚੋਂ ਨੇ, ਜਿੱਥੇ ਨਨਕਾਣਾ ਸਾਹਿਬ ਦੀ ਧਰਤੀ 'ਤੇ ਸਭ ਤੋਂ ਛੋਟੀ ਉਮਰ ਦਾ ਜਿਹੜਾ ਭਾਈ ਦਰਬਾਰਾ ਸਿੰਘ ਸੀ ਉਹ ਸ਼ਹੀਦ ਹੋਇਆ ਭਾਈ ਕੇਰ ਸਿੰਘ ਦੇ ਨਾਲ। ਤੇ ਜਿਹੜਾ ਅਲਮਾਰੀ ਦੇ ਵਿੱਚ ਸਿੱਖਾਂ ਨੇ ਬੰਦ ਕਰ ਦਿੱਤਾ ਵੀ ਇਹਨੂੰ ਕਿਉਂ ਸ਼ਹੀਦ ਹੋਣ ਦੇਣਾ, ਵੀ ਬੱਚਾ ਛੋਟਾ, ਇਹਨੂੰ ਪਤਾ ਨਹੀਂ, ਨਾਦਾਨ ਹੈ। ਲੇਕਿਨ ਉਹ ਅੰਦਰੋਂ ਕਹਿ ਰਿਹਾ ਵੀ ਮੈਂ ਸ਼ਹੀਦ ਹੋਣਾ, ਮੈਂ ਸ਼ਹੀਦ ਹੋਣਾ, ਤੇ ਚੁੱਕ ਕੇ ਉਹਨਾਂ ਨੇ ਉਹ ਵੀ ਉਹਦੇ ਵਿੱਚ ਅੱਗ ਦੇ ਵਿੱਚ ਸੁੱਟ ਦਿੱਤਾ। ਤੇ ਐਸੀ ਜਿਹੜੀ ਸਿੱਖਾਂ ਨੂੰ ਅਸੀਂ ਸ਼ਰਧਾ ਤੇ ਸਤਿਕਾਰ ਭੇਟ ਕਰਨ ਜਾਣਾ ਸੀ, ਤੇ ਸਿੱਖ ਕੌਮ ਦੀ ਸੁਪਰੀਮ ਸੰਸਥਾ ਜਿਹੜੀ ਹੈ, ਇੱਕ ਸਿੱਖਾਂ ਦੀ ਨੁਮਾਇੰਦਾ ਸੰਸਾਰ ਦੇ ਵਿੱਚ ਨੁਮਾਇੰਦਗੀ ਕਰ ਰਹੀ ਹੈ, ਤੇ ਇਹਦੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਹੋਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਦੇ ਮਨ ਨੂੰ ਵੀ ਬੜੀ ਠੇਸ ਪਹੁੰਚੀ। ਉਹਨਾਂ ਨੇ ਬੜੀ ਭਾਵਕ ਹੋ ਕੇ ਇਹ ਜਿਹੜਾ ਸੀ ਇਸ ਫੈਸਲੇ ਨੂੰ ਉਹਨਾਂ ਨੇ ਨਕਾਰਿਆ ਵੀ ਇਹ ਬਹੁਤ ਮਾੜਾ ਹੈ ਇਹਨਾਂ ਨੇ ਕੀਤਾ। ਤੇ ਮੈਂ ਮਹਿਸੂਸ ਕਰਦਾ ਤੁਹਾਡੇ ਜ਼ਰੀਏ ਕਿ ਸਿੱਖਾਂ ਦੇ ਨਾਲ ਜਿਹੜਾ ਸ਼ੁਰੂ ਤੋਂ ਨਿਆਂ ਹੁੰਦਾ ਆਇਆ, ਤੇ ਪ੍ਰਮਾਤਮਾ ਕਰੇ ਕਿ ਉਹਨਾਂ ਨੂੰ ਸਮਤ ਬਖਸ਼ੇ, ਕਿਉਂਕਿ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਲਈ ਦਿੱਤੀਆਂ ਨੇ। ਲੇਕਿਨ ਇੱਕ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਤੇ ਦਿੱਲੀ ਵਾਲਿਆਂ ਨੂੰ ਕਿ ਜੇ ਬਾਬਰ ਨੇ ਜ਼ੁਲਮ ਕੀਤਾ ਤੇ ਮੁਗਲਾਂ ਨੇ, ਤੇ ਬਾਬਰ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਥੰਮਿਆ, ਬਾਬਰ ਨੂੰ ਜਾਬਰ ਕਿਹਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਇਹ ਗੁਰੂ ਨਾਨਕ ਮਹਾਰਾਜ ਜੀ ਕਹਿ ਸਕਦੇ ਸਨ। ਤੇ ਗੁਰੂ ਨਾਨਕ ਦੇ ਸਿੱਖਾਂ ਨੇ ਅੰਗਰੇਜ਼ਾਂ ਨੂੰ ਵੀ ਥੰਮਿਆ। ਅੱਜ ਕੇਰਲਾ ਤੇ ਉੜੀਸਾ ਦੇ ਵਿੱਚ ਅੱਜ ਵੀ ਬੈਠੇ ਨੇ, ਲੇਕਿਨ ਇੱਥੋਂ ਮੂੰਹ ਮੋੜਿਆ ਉਹਨਾਂ ਦਾ। ਤੇ ਦਿੱਲੀ ਵਾਲਿਆਂ ਨੂੰ ਇਹ ਗੱਲ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਤੰਗ ਜਿੰਨਾ ਮਰਜ਼ੀ ਕਰੀ ਜਾਣ, ਤੇ ਜੇ ਕਿਸਾਨ ਅੱਜ ਬੈਠਾ ਦਿੱਲੀ ਦੇ ਸਾਰੇ ਪਾਸੇ ਉਹਨੂੰ ਵਰਗ ਲਿਆ ਹੋਇਆ, ਤੇ ਜੇ ਜਿੰਨਾ ਜ਼ੁਲਮ ਕਰਨਗੇ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਐਸੀਆਂ ਗੱਲਾਂ ਨੇ। ਗੁਰੂ ਕਿਰਪਾ ਕਰੇ ਉਹਨਾਂ ਨੂੰ ਸਮਤ ਬਖਸ਼ੇ ਤੇ ਕਿਸਾਨ ਮੋਰਚਾ ਵੀ ਸਫਲ ਹੋਵੇ, ਤੇ ਆਹ ਜਿਹੜੀ ਨੇ ਸਾਡੇ ਤੇ ਜ਼ੁਲਮ ਵੀ ਬੰਦ ਹੋਣ। ਸਾਰੀ ਸੰਗਤ ਨੂੰ ਰੋਕਿਆ ਗਿਆ ਆ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਜਾਣਾ ਸੀਗਾ, ਇਸ ਜਥੇ ਦੀ ਅਗਵਾਈ ਜਿਹੜੀ ਆ ਉਹ ਕਰਨੀ ਸੀਗੀ, ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਆ। ਕਿਸੇ ਇੱਕ ਵਿਅਕਤੀ ਨੂੰ ਵੀ ਜਾਣ ਨਹੀਂ ਦਿੱਤਾ ਗਿਆ, ਕਿਉਂਕਿ ਅਕਾਲ ਤਖਤ ਜਥੇਦਾਰ ਸਿੱਖਾਂ ਦੇ ਵਿੱਚ ਬੜੀ ਸਰਮਾਰ ਸ਼ਖਸੀਅਤ ਆ। ਸੋ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਆ ਉਹਨਾਂ ਦਾ ਵੀ ਰੋਕ ਲਾ ਕੇ ਕੈਂਸਲ ਕਰ ਦਿੱਤਾ ਕਿ ਤੁਸੀਂ ਵੀ ਨਹੀਂ ਜਾ ਸਕਦੇ। ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਖਾਲਸਾ ਜੀ, ਦਿੱਲੀ ਦਾ ਇੱਕ ਮਨਸੂਬਾ ਹੈ ਕਿ ਸਿੱਖਾਂ ਨੂੰ ਅਕਾਲ ਤਖਤ ਨਾਲੋਂ ਤੋੜਿਆ ਜਾਵੇ, ਸਿੱਖਾਂ ਨੂੰ ਪਵਿੱਤਰ ਹਰਮੰਦਰ ਦੇ ਨਾਲੋਂ ਤੋੜਿਆ ਜਾਵੇ, ਸਿੱਖਾਂ ਨੂੰ ਦਰਬਾਰ ਸਾਹਿਬ ਦੇ ਨਾਲੋਂ ਤੋੜਿਆ ਜਾਵੇ। ਕਿਉਂਕਿ ਸਿੱਖ ਹਮੇਸ਼ਾ ਜਿਹੜੀ ਹੈ, ਸਿੱਖਾਂ ਨੂੰ ਜੀਵਨ ਇੱਥੋਂ ਮਿਲਦਾ, ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚੋਂ, ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚੋਂ। ਸਿੱਖਾਂ ਨੂੰ ਰਾਜਨੀਤਿਕ ਤੌਰ ਦੀ ਅਗਵਾਈ ਜਿਹੜੀ ਹਮੇਸ਼ਾ ਜਦੋਂ ਵੀ ਕਿਤੇ ਦੁਵਿਧਾਵਾਂ ਆਈਆਂ ਨੇ, ਤੇ ਸਿੱਖਾਂ ਨੇ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਈ ਹੈ, ਤੇ ਉੱਥੋਂ ਸਾਰੀ ਅਗਵਾਈ ਲੈਂਦੇ ਨੇ। ਭਾਈ ਗੁਰਬਖਸ਼ ਸਿੰਘ ਉਹਨਾਂ ਦਾ ਜੀਵਨ ਹੈ, ਜਿੱਥੇ ਉਹਨਾਂ ਨੇ ਇੰਨੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਨੇ, ਤੇ ਚੱਪਾ ਚੱਪਾ ਸ਼ਹੀਦਾਂ ਦੀ ਧਰਤੀ ਹੈ। ਲੇਕਿਨ ਜੇ ਉਹ ਅਕਾਲ ਤਖਤ ਨੂੰ ਇਸੇ ਕਰਕੇ ਉਹਨਾਂ ਨੇ ਢਹਿ ਢੇਰੀ ਕੀਤਾ ਸੀ ਦਿੱਲੀ ਵਾਲਿਆਂ ਨੇ ਵੀ ਇਹ ਸਿੱਖ ਇਸ ਨਾਲ ਟੁੱਟ ਜਾਣ, ਲੇਕਿਨ ਕਤਈ ਨਹੀਂ ਹੋ ਸਕੇਗਾ। ਤੇ ਸਿੰਘ ਸਾਹਿਬ ਨੂੰ ਉੱਥੇ ਨਾ ਜਾਣ ਦੇਣਾ, ਤੇ ਉਹਨਾਂ ਦੇ ਜਿਹੜੇ ਨਾਲ ਜਾ ਰਹੇ ਸੀ ਨਾ ਜਾਣ ਦੇਣਾ, ਇੱਕ ਬਹੁਤ ਵੱਡੀ ਮੰਦਭਾਗੀ ਘਟਨਾ। ਇਹਦੇ ਸਿੱਟੇ ਹੁਣ ਦਿੱਲੀ ਵਾਲਿਆਂ ਨੂੰ ਭੁਗਤਣੇ ਪੈਣਗੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ SGPC ਮੈਂਬਰ ਭਾਈ ਹਰਪਾਲ ਸਿੰਘ ਜੀ ਜੱਲਾ ਲੁਧਿਆਣੇ ਤੋਂ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਤੇ ਉਹਨਾਂ ਨੇ ਸਾਰਾ ਨਾਲ ਇਤਿਹਾਸ ਦੀ ਜਾਣਕਾਰੀ ਵੀ ਜਿਹੜੀ ਉਹ ਵੀ ਸਾਂਝੀ ਕੀਤੀ ਸੰਗਤਾਂ ਦੇ ਨਾਲ, ਤੇ ਨਾਲ ਜਿਹੜੇ ਵੀਜ਼ੇ ਲੱਗਣ ਦੇ ਬਾਵਜੂਦ ਨਹੀਂ ਜਾਣ ਦਿੱਤਾ ਗਿਆ ਉਸ ਚੀਜ਼ ਦੀ ਵੀ ਜਿਹੜੀ ਆ ਉਹ ਨਿੰਦਿਆ ਕੀਤੀ ਆ। ਸੋ ਮੇਰੇ ਨਾਲ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੈਕਟਰੀ ਸਰਦਾਰ
ਕੁਲਵਿੰਦਰ ਸਿੰਘ ਰਮਦਾਸ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਆ। ਜਿਹੜਾ ਜਥਾ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ, ਭਾਰਤ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਆ, ਗ੍ਰਹਿ ਮੰਤਰਾਲੇ ਦੇ ਵੱਲੋਂ ਪਰਮਿਸ਼ਨ ਨਹੀਂ ਦਿੱਤੀ ਗਈ, ਉਹਨਾਂ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਇਹ ਜਿਹੜਾ ਜਥਾ ਨਹੀਂ ਜਾਣ ਦਿੱਤਾ ਗਿਆ, ਇਹ ਕਾਫੀ ਇਸ ਦੀ ਚਾਰੇ ਪਾਸਿਓਂ ਹੀ ਵੈਸੇ ਨਿੰਦਿਆ ਹੋ ਰਹੀ ਆ, ਤੇ ਵੀਜ਼ੇ ਨਾ ਲੱਗਣ ਕਰਕੇ ਤਾਂ ਸੰਗਤਾਂ ਨੂੰ ਜਿਹੜਾ ਆ ਉਹ ਦੁੱਖ ਹੁੰਦਾ ਹੈ, ਪਰ ਲੱਗੇ ਲਗਾਏ ਵੀਜ਼ੇ, ਸਾਰੀ ਤਿਆਰੀ ਹੋਈ ਦੇ ਉੱਤੇ ਅਜਿਹਾ ਸੁਨੇਹਾ ਜਦੋਂ ਮਿਲਦਾ ਆ ਤਾਂ ਬੜਾ ਦੁੱਖ ਹੁੰਦਾ। ਕੀ ਕਹਿਣਾ ਚਾਹੋਗੇ? ਵੇਖੋ ਜੀ, ਤਕਰੀਬਨ ਸਾਰੀਆਂ ਤਿਆਰੀਆਂ ਜਿਹੜੀਆਂ ਸੀਗੀਆਂ ਉਹ ਮੁਕੰਮਲ ਹੋ ਚੁੱਕੀਆਂ। ਬੱਸਾਂ ਦਾ ਪ੍ਰਬੰਧ ਅਗਲੇ ਬੰਨਿਓਂ ਵਾਘਿਓਂ ਜਿਹੜੇ ਸਾਡੇ ਇੱਧਰੋਂ ਲਗਭਗ 700 ਦੇ ਕਰੀਬ ਜਿਹੜੀ ਆ ਉਹ ਸ਼ਰਧਾਲੂ ਜਾ ਰਹੇ ਸਨ, ਔਰ ਸਾਡੇ ਵਾਸਤੇ ਸਪੈਸ਼ਲ ਜਿਹੜਾ ਸੀਗਾ ਉਹ ਸਾਰਾ ਕੁਝ ਹੀ ਸਪੈਸ਼ਲ ਸੀਗਾ, ਕਿਉਂਕਿ 100 ਸਾਲ ਪਹਿਲਾਂ ਜਿਹੜਾ ਸੀਗਾ ਉਹ ਸੰਗਤੀ ਪ੍ਰਬੰਧ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿੱਚ ਸੈਂਕੜੇ ਸਿੱਖਾਂ ਨੇ ਜਿਹੜਾ ਉਹ ਆਪਣਾ ਖੂਨ ਡੋਲ ਕੇ ਜਿਹੜਾ ਇਹ ਸੰਗਤੀ ਪ੍ਰਬੰਧ ਲਿਆਂਦਾ। ਉਹਦੇ ਕਰਕੇ ਅਸੀਂ ਉਹ ਸਾਕਾ ਜਿਹੜਾ ਸੀਗਾ ਸਾਡਾ ਨਨਕਾਣਾ ਸਾਹਿਬ ਦਾ, ਉਹ ਮਨਾਉਣ ਵਾਸਤੇ ਸਾਡਾ ਸਪੈਸ਼ਲ ਜਥਾ ਜਿਹੜਾ ਜਾ ਰਿਹਾ ਸੀਗਾ, ਜਿਸ ਵਾਸਤੇ ਬਕਾਇਦਾ ਪਹਿਲਾਂ ਜਿਹੜੀਆਂ ਨੇ ਹੈਗੀਆਂ ਉਹ ਇੰਟੈਲੀਜੈਂਸਾਂ ਦੀਆਂ ਇਨਕੁਆਰੀਆਂ ਵੀ ਹੁੰਦੀਆਂ ਨੇ, ਉਹ ਵੀ ਹੋਈਆਂ ਹੋਣਗੀਆਂ। ਈਵਨ ਦੈਨ ਗਵਰਨਮੈਂਟ ਪਾਕਿਸਤਾਨ ਅੰਬੈਸੀ ਨੇ ਜਿਹੜਾ ਆ ਇਹਦੇ ਵੀਜ਼ੇ ਵੀ ਸਾਨੂੰ ਜਾਰੀ ਕਰ ਦਿੱਤੇ, ਪਾਸਪੋਰਟ ਸਾਡੇ ਕੋਲ ਆ ਗਏ, ਪਾਸਪੋਰਟ ਅਸੀਂ ਸਾਰੇ ਵੰਡ ਦਿੱਤੇ ਗਏ। ਮਤਲਬ ਸਾਡੀ ਟੋਟਲੀ ਕੰਪਲੀਟ ਤਿਆਰੀ ਜਿਹੜੀ ਆ ਉਹ ਹੋ ਚੁੱਕੀ ਸੀਗੀ, ਲੇਕਿਨ ਐਨ ਮੌਕੇ ਤੇ ਆਣ ਕੇ ਇੱਕ ਦਿਨ ਨਹੀਂ ਕਹਿ ਸਕਦੇ, ਮੈਂ ਲਗਭਗ 12 ਘੰਟੇ ਪਹਿਲਾਂ ਇਹ ਕਹਿ ਸਕਦਾ ਕਿ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਉਹ ਇੱਕ ਸਾਨੂੰ ਈਮੇਲ ਭੇਜੀ ਹੈਗੀ ਕਿ ਸਿਕਿਉਰਿਟੀ ਰੀਜਨ ਤੇ ਕੋਵਿਡ ਕਰਕੇ ਅਸੀਂ ਜਿਹੜਾ ਆ ਉਹ ਇਹ ਜਥੇ ਨੂੰ ਪਰਮਿਸ਼ਨ ਨਹੀਂ ਦੇ ਰਹੇ। ਮੈਂ ਸਮਝਦਾ ਕਿ ਸਾਡੇ ਵਾਸਤੇ, ਸਿੱਖਾਂ ਵਾਸਤੇ ਇਹਦੇ ਤੋਂ ਵੱਡੀ ਮੰਦਭਾਗੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਇਹ ਸਾਡਾ ਜਿਹੜਾ ਮਤਲਬ ਸਿੱਖ ਭਾਵਨਾਵਾਂ ਦਾ ਇਹ ਕਤਲ ਹੋਇਆ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਜਾਣਾ ਸੀਗਾ, ਉਹਨਾਂ ਨੂੰ ਵੀ ਜਿਹੜਾ ਅਲਾਉ ਨਹੀਂ ਕੀਤਾ ਗਿਆ। ਬਿਲਕੁਲ ਜੀ, ਇਹ ਵੇਖੋ ਸਾਡੀ ਸਿੱਖਾਂ ਦੀ ਸਭ ਤੋਂ ਸੁਪਰੀਮ ਜਿਹੜੀ ਅਥਾਰਟੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਆ, ਔਰ ਤੁਸੀਂ ਇਹ ਦੇਖੋ ਕਿ ਇਹ ਸਾਡੇ ਵਾਸਤੇ ਕਿੰਨਾ ਸਪੈਸ਼ਲ ਇਵੈਂਟ ਹੋਏਗਾ, ਜਿਹਦੇ ਵਿੱਚ ਸਾਡੇ ਕੌਮ ਦੇ ਜਥੇਦਾਰ ਸਾਹਿਬ ਜਿਹੜੇ ਨੇ ਉਹ ਆਪ ਇਸ ਜਥੇ ਦੀ ਅਗਵਾਈ ਕਰਕੇ ਜਿਹੜਾ ਸੀਗਾ ਉਹ ਜਾ ਰਹੇ ਸਨ। ਪਰੰਤੂ ਅਫਸੋਸ ਆ ਸਾਨੂੰ, ਇਕੱਲਾ ਸਾਨੂੰ ਹੀ ਨਹੀਂ, ਦੁਨੀਆ ਭਰ ਵਿੱਚ ਵੱਸਦੇ ਕਿਤੇ ਵੀ ਜਿਹੜੇ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਬਲੁੰਦਰੀਆਂ ਗਈਆਂ ਜਦੋਂ ਇਹ ਖਬਰ ਮਿਲੀ ਕਿ ਜਿਹੜਾ ਐਨ ਮੌਕੇ ਤੇ ਆਣ ਕੇ ਜਿਹੜਾ ਸੀਗਾ ਉਹ ਜਥਾ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਸਾਡੇ ਕੋਲ ਸਮੁੱਚੇ ਜਿਹੜੇ ਯਾਤਰੂ ਸਨ ਉਹ ਪਹੁੰਚ ਚੁੱਕੇ ਸਨ। ਅਸੀਂ 2 ਦਿਨ ਵਾਸਤੇ ਇੱਥੇ ਬਕਾਇਦਾ ਹੈਲਥ ਮਹਿਕਮੇ ਨਾਲ ਸੰਪਰਕ ਕਰਕੇ ਕੋਵਿਡ ਟੈਸਟ ਦਾ ਪ੍ਰਬੰਧ ਕੀਤਾ। 2 ਦਿਨ ਬਕਾਇਦਾ ਉਹ ਕੈਂਪ ਚੱਲਿਆ, ਉਹਦੇ ਵਿੱਚ ਬਹੁਤ ਸਾਰੇ ਸਾਡੇ ਸ਼ਰਧਾਲੂਆਂ ਨੇ ਜਿਹੜੇ ਸੀਗੇ ਉਹ ਆਪਣੇ ਕਰੋਨਾ ਟੈਸਟ ਕਰਵਾਇਆ। ਜਿਹੜੇ ਨਹੀਂ ਵੀ ਕਰਵਾ ਸਕੇ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਅਪੀਲ ਵੀ ਕੀਤੀ ਕਿ ਜਿਹੜੇ ਇੱਥੇ ਨਹੀਂ ਪਹੁੰਚ ਸਕਦੇ ਪਰ ਉਹ ਜ਼ਰੂਰ ਜਿਹੜਾ ਹੈਗਾ ਕੋਵਿਡ ਟੈਸਟ ਕਰਵਾਉਣ, ਤਾਂ ਕਿ ਦੂਸਰੇ ਦੇਸ਼ ਵਿੱਚ ਜਾਣਾ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ। ਜਿੱਥੋਂ ਤੱਕ ਉੱਥੇ ਕਿਉਂਕਿ ਟ੍ਰੇਨਾਂ ਨਹੀਂ ਸੀ ਜਾ ਰਹੀਆਂ, ਬੱਸਾਂ ਦੀ ਗੱਲ ਸੀਗੀ, 20 ਬੱਸਾਂ ਵੀ ਜਿਹੜੀਆਂ ਸੀਗੀਆਂ ਉਹਨਾਂ ਦਾ ਪ੍ਰਬੰਧ ਕੀਤਾ ਗਿਆ। 27 ਕਿ 28 ਲੱਖ ਰੁਪਈਆ ਜਿਹੜਾ ਉਹਨਾਂ ਬੱਸਾਂ ਦੀ ਪੇਮੈਂਟ ਵੀ ਜਿਹੜੀ ਹੈਗੀ ਉਹ ਦਫ਼ਤਰ ਵੱਲੋਂ ਕੀਤੀ ਗਈ ਆ। ਕੋਈ ਕਮੀ ਨਹੀਂ ਛੱਡੀ ਗਈ, ਕਿਉਂਕਿ ਸਾਡੇ ਵਾਸਤੇ ਬਹੁਤ ਖਾਸ ਜਥਾ ਸੀ। ਵੈਸੇ ਰੂਟੀਨ ਵਿੱਚ ਸਾਡੇ ਜਿਹੜੇ ਜਥੇ ਜਾਂਦੇ ਨੇ ਉਹ ਤਾਂ ਜਾਂਦੇ ਹੀ ਆ, ਪਰ ਇਹ ਜਥਾ ਜਿਹੜਾ ਕਿਉਂਕਿ 100 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈਗੀ ਉਹ ਅਸੀਂ ਮਨਾਉਣ ਜਾ ਰਹੇ ਸਾਂ, ਸਾਡੇ ਵਾਸਤੇ ਬਹੁਤ ਅਹਿਮੀਅਤ ਇਹ ਰੱਖਦੀ ਸੀਗੀ। ਪਰ ਉਹ ਜਿਹੜਾ ਸਾਨੂੰ ਬੜੀ ਨਿਰਾਸ਼ਾ ਆ ਭਾਰਤ ਸਰਕਾਰ ਵੱਲੋਂ ਜੋ ਇਹ ਫੈਸਲਾ ਲਿਆ ਗਿਆ, ਉਹਦੇ ਨਾਲ ਮੇਰਾ ਖਿਆਲ ਹੈ ਕਿ ਅਸੀਂ ਤਾਂ ਕੋਈ ਵੀ ਸਿੱਖ ਉਹਦੇ ਨਾਲ ਸਹਿਮਤ ਨਹੀਂ ਹੋ ਸਕਦਾ। ਹਾਲਾਂਕਿ ਇਸ ਜਥੇ ਦੇ ਵਿੱਚ ਪਹਿਲਾਂ ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਵੀ ਜਾਣਾ ਸੀ, ਪਰ ਫਿਰ ਉਹਨਾਂ ਨੇ ਇਹ ਵੀ ਸੋਚਿਆ ਵੀ ਜੇ ਸਾਰੇ ਹੀ ਅਸੀਂ ਚਲੇ ਗਏ ਤਾਂ ਇੱਥੇ ਵੀ ਸਾਨੂੰ ਇਹ ਵੱਡੇ ਰੂਪ ਦੇ ਵਿੱਚ ਮਨਾਉਣਾ ਚਾਹੀਦਾ ਹੈ। ਭਾਈ ਲਛਮਣ ਸਿੰਘ ਧਾਰੋਵਾਲੀ ਦਾ ਪਰਿਵਾਰ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਗੋਦਰਪੁਰ ਪਿੰਡ ਆ, ਜਿੱਥੇ ਉਹ ਆ ਕੇ ਵਸਿਆ ਸੀਗਾ। ਉੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਜਿਹੜਾ ਉਹ ਬੜਾ ਸੁੰਦਰ ਇਮਾਰਤ ਪਿੰਡ ਦੇ ਸੱਜਣਾ ਨੇ ਬਣਾਈ ਹੋਈ ਆ। ਅਸੀਂ 3 ਦਿਨ ਦੇ ਪ੍ਰੋਗਰਾਮ ਜਿਹੜੇ ਨੇ ਉੱਥੇ ਉਹ ਲਿਖੇ ਆ, 19, 20 ਤੇ 21। ਫਿਰ ਇਹ ਫੈਸਲਾ ਬੀਬੀ ਜੀ ਨੇ ਕਿਹਾ ਕਿ ਮੈਂ ਇੱਧਰ ਜਿਹੜਾ ਹੈਗਾ ਉਹ ਪ੍ਰੋਗਰਾਮਾਂ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਗੋਦਰਪੁਰ ਪਹੁੰਚ ਰਹੀ ਆ 19, 20, 21 ਨੂੰ 3 ਦਿਨ ਜਿਹੜੇ ਸਾਡੇ ਸਮਾਗਮ ਨੇ। ਤੇ ਜਿਹੜਾ ਪਾਕਿਸਤਾਨ ਸਾਡਾ ਇਹ ਸ਼ਰਧਾਲੂਆਂ ਦਾ ਜੱਥਾ ਜਾਣਾ ਸੀ, ਸਿੰਘ ਸਾਹਿਬ ਜੀ ਨੇ ਆਪ ਇਹਦੀ ਅਗਵਾਈ ਕਰਨੀ ਸੀ। ਸਾਡੇ ਬਹੁਤ ਸਾਰੇ ਸਤਿਕਾਰਯੋਗ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਕਿ ਮੈਂਬਰ ਸਾਹਿਬਾਨ ਵੀ ਜਾ ਰਹੇ ਸਨ ਸੰਗਤ ਦੇ ਸੰਗਤੀ ਰੂਪ ਦੇ ਵਿੱਚ। ਪਰ ਐਨ ਮੌਕੇ ਤੇ ਆਣ ਕੇ ਜਿਹੜਾ ਭਾਰਤ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ, ਉਹ ਸ਼ਾਇਦ ਬਹੁਤ ਵੱਡਾ ਨਿਰਾਸ਼ ਕਰਨ ਵਾਲਾ ਫੈਸਲਾ ਸਾਡੇ ਲਈ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੈਕਟਰੀ
ਸਰਦਾਰ ਕੁਲਵਿੰਦਰ ਸਿੰਘ ਜੀ ਰਮਦਾਸ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੀ ਰੀਜ਼ਨ ਜਿਹੜੇ ਆ ਉਹ ਦੇ ਕੇ ਇਸ ਜਥੇ ਨੂੰ ਜਿਹੜਾ ਆ ਨਾ ਜਾਣ ਦੀ ਆਗਿਆ ਦਿੱਤੀ ਗਈ ਹੈ। ਸੋ ਬਿਲਕੁਲ ਸੰਗਤ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਆ ਜਿਨ੍ਹਾਂ ਦੇ ਵੀਜ਼ੇ ਲੱਗੇ ਸੀਗੇ ਤੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੇ ਅਨੁਸਾਰ ਇਹ ਜਥਾ ਜਿਹੜਾ ਆ ਉਹ ਹੁਣ ਪਾਕਿਸਤਾਨ 100 ਸਾਲਾ ਸਾਕਾ ਨਨਕਾਣਾ ਜਿਹੜਾ ਹੋਇਆ ਸੀਗਾ ਉਸ ਨੂੰ ਲੈ ਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਜਿਹੜੀ ਲਹਿਰ ਚੱਲੀ ਸੀ ਉਸ ਦੇ 100 ਸਾਲ ਪੂਰੇ ਹੋਣ ਦੇ ਉੱਤੇ ਉੱਥੇ ਵੱਡੇ ਪ੍ਰੋਗਰਾਮ ਉਲੀਕੇ ਗਏ ਸੀ। ਸੋ ਸੰਗਤ ਬੜੀ ਨਿਰਾਸ਼ ਆ ਕਿ ਹੁਣ ਨਹੀਂ ਜਾਣ ਦਿੱਤਾ ਜਾਏਗਾ, ਆਗਿਆ ਨਹੀਂ ਮਿਲੀ, ਇਜਾਜ਼ਤ ਨਹੀਂ ਮਿਲੀ ਭਾਰਤ ਸਰਕਾਰ ਦੇ ਵੱਲੋਂ। ਸਾਡੇ ਨਾਲ ਇੱਥੇ ਸੰਗਤ ਹੈ, ਬਾਬਾ ਜੀ ਹੋਰੀ ਨੇ ਕਪੂਰਥਲਾ ਤੋਂ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਤੁਹਾਡਾ ਵੀਜ਼ਾ ਲੱਗਾ, ਕਿੰਨੇ ਜਾਣਿਆਂ ਦਾ ਲੱਗਾ ਤੇ ਜਦੋਂ ਆ ਖਬਰ ਮਿਲੀ ਤੇ ਫਿਰ ਕੀ ਮਹਿਸੂਸ ਹੋਇਆ? ਕਿਉਂਕਿ ਬੜਾ ਚਾਅ ਹੁੰਦਾ ਆ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਦਾ, ਤੇ ਨਾਲੇ ਜਦੋਂ 100 ਸਾਲਾ ਸ਼ਤਾਬਦੀ ਹੋਵੇ ਤਾਂ ਉਹ ਵੀ ਇੱਕ ਇਤਿਹਾਸ ਦਾ ਹਿੱਸਾ ਹੀ ਬਣਨਾ ਹੁੰਦਾ ਆ। ਸਾਡਾ 5 ਜਣਿਆਂ ਦਾ ਵੀਜ਼ਾ ਲੱਗਿਆ ਸੀ ਜੀ, ਤੇ ਜਦੋਂ ਸਾਨੂੰ ਰਾਤ ਆਪਣੇ ਪਤਾ ਲੱਗਿਆ ਬਹੁਤ ਨਿਰਾਸ਼ਾ ਹੋਈ ਤੇ ਉੱਥੇ ਜਾ ਕੇ ਜਿਹੜਾ ਉੱਥੋਂ ਦਾ ਆਨੰਦ ਆ ਤੇ ਉਹ ਵੱਖਰਾ ਹੀ ਹੈ। ਜਿਹੜੀ ਪਾਕਿਸਤਾਨ ਦੀ ਜਿਹੜੀ ਉੱਥੋਂ ਦੀ ਆਪਣੇ ਪ੍ਰਬੰਧਕ ਕਮੇਟੀ ਆ ਉਹ ਵੀ ਬਹੁਤ ਪਿਆਰ ਕਰਦੇ ਨੇ, ਤੇ ਪਰ ਜਿਹੜਾ ਇੱਧਰ ਦਾ ਮੋਦੀ ਨੇ ਇਸ ਵਾਰੀ ਆਪਣੀ ਜੁੰਡੀ ਮੈਜੋਰਟੀ ਨੂੰ ਨਾਲ ਲੈ ਕੇ ਇਹ ਗੰਦੇ ਕਾਨੂੰਨ ਪਹਿਲਾਂ ਕਿਸਾਨਾਂ ਨੂੰ ਆਪਣੇ ਦਬਾਇਆ ਜਾ ਰਿਹਾ ਹੈ ਤੇ ਹੁਣ ਸਿੱਖ ਕੌਮ ਨੂੰ ਦਬਾਉਣ ਵਾਸਤੇ ਇਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਹੈ ਵੀ ਇਹ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਤੇ ਹੁਣ ਫਿਰ ਬੜਾ ਮਨ ਜਿਹੜਾ ਆ ਉਹ ਉਦਾਸ ਹੋਇਆ ਇਸ ਗੱਲ ਨੂੰ ਸੁਣ ਕੇ ਕਿ ਹੁਣ ਨਹੀਂ ਜਾ ਸਕਦੇ ਉੱਥੇ। ਮਨ ਤਾਂ ਉਦਾਸ ਹੈ ਤਾਂ ਵੀ ਜੇ ਕਿਸੇ ਲਾੜੇ ਦੀ ਬਰਾਤ ਵੀ ਆਪਣੇ ਕੈਂਸਲ ਹੋ ਜਾਵੇ ਉਹਨੂੰ ਇੰਨਾ ਕੋਈ ਦੁੱਖ ਨਹੀਂ ਹੁੰਦਾ ਜਿੰਨਾ ਸਾਨੂੰ ਚਾਅ ਸੀ ਜਾਣ ਵਾਸਤੇ ਵੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਾਂਗੇ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਉੱਥੇ ਜਾ ਕੇ ਜੁੜਨਾ ਹੈ ਤੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਪਰ ਬਹੁਤ ਹੀ ਨਿਰਾਸ਼ਾ ਹੋਈ ਹੈ ਵੀ ਸਾਰੀ ਰਾਤ ਚੈਨ ਨਹੀਂ ਆਇਆ। ਤੁਸੀਂ ਕੌਣ ਜਾ ਰਹੇ ਸੀਗੇ? ਸਾਡੇ ਨਾਲ ਮੇਰਾ ਜੱਥਾ ਜਾਂਦਾ ਜੀ, ਪੂਰਾ ਲੰਗਰ ਸੇਵਾ ਸਾਨੂੰ ਆਪਣੇ ਉੱਥੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਹੋਈ ਆ ਤੇ ਪੂਰਾ ਸਾਡਾ ਜੱਥਾ ਜਾਂਦਾ ਹੈ ਤੇ ਸਾਡੇ ਨਾਲ ਭਾਈ ਜੋਰਾਵਰ ਸਿੰਘ ਨੇ, ਸਾਡੇ ਛੋਟੇ ਬੇਟੇ, ਇਹ ਹਰ ਸਾਲ ਉੱਥੇ ਜਾ ਕੇ ਹਾਜ਼ਰੀ ਭਰਦੇ ਨੇ ਸਟੇਜ ਤੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਆ ਉਹ ਵੀ ਨਾਲ ਜਾ ਰਹੇ ਸੀਗੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਜ਼ਾ ਜਿਹੜਾ ਆ ਪਹਿਲਾਂ ਤਾਂ ਲੱਗਦਾ ਬੜੀ ਮੁਸ਼ਕਿਲ ਆ ਤੇ ਜਿਹੜੀਆਂ ਸੰਗਤਾਂ ਦਾ ਨਹੀਂ ਲੱਗਦਾ ਉਹ ਤਾਂ ਨਿਰਾਸ਼ ਹੁੰਦੀਆਂ, ਪਰ ਅੱਜ ਇਹ ਗੱਲ ਹੋਈ ਆ ਕਿ ਵੀਜ਼ਾ ਲੱਗੇ ਵਾਲਿਆਂ ਨੂੰ ਵੀ ਨਹੀਂ ਇਜਾਜ਼ਤ ਦਿੱਤੀ ਗਈ ਜਾਣ ਦੀ। ਅਸੀਂ ਤਾਂ ਹਰ ਸਾਲ ਜਾਂਦੇ ਹਾਂ ਨਨਕਾਣਾ ਸਾਹਿਬ ਲੰਗਰ ਲਾਉਣ ਵਾਸਤੇ। ਇਸ ਵਾਰ ਵੀ ਜਾਣਾ ਸੀ ਸਾਕਾ ਨਨਕਾਣਾ ਵਾਸਤੇ, ਜੋ ਕਿ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਇਹਨਾਂ ਦੇ ਜੋ ਕਿ ਸ਼ਹੀਦੀ ਜੋੜ ਮੇਲੇ 100 ਸਾਲਾ ਕਰਕੇ ਜੋ ਕਿ ਸੰਗਤ ਨੇ ਜਾਣਾ ਸੀ, ਜਿਹਦੇ ਕਰਕੇ ਕਰੋਨਾ ਕਰਕੇ ਜੋ ਪਾਸਪੋਰਟ ਨਹੀਂ ਬਣੇ ਉਹਦਾ ਬਹਾਨਾ ਬਣਾ ਕੇ ਜੋ ਵੀਜ਼ੇ ਨਹੀਂ ਲੱਗੇ, ਇਹਦੇ ਕਰਕੇ ਬਹੁਤ ਨਿਰਾਸ਼ਾ ਲੱਗ ਗਏ ਨੇ ਸਾਨੂੰ ਆਪਣੇ ਜਾਣ ਲਈ। ਬਿਲਕੁਲ ਚਲੋ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਜਿਹੜਾ ਬਹਾਨਾ ਬਣਾਇਆ ਸਰਕਾਰ ਨੇ ਉਹ ਜਿਹੜਾ ਆ ਕਿਤੇ ਨਾ ਕਿਤੇ ਵਾਜਬ ਨਜ਼ਰ ਨਹੀਂ ਆਉਂਦਾ, ਕਿਉਂਕਿ ਨਵੰਬਰ ਦੇ ਵਿੱਚ ਵੀ ਜਥਾ ਇੱਕ ਗਿਆ ਸੀਗਾ ਪਾਕਿਸਤਾਨ, ਕੋਵਿਡ ਉਦੋਂ ਤਾਂ ਜ਼ਿਆਦਾ ਸੀਗਾ। ਤਾਂ ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਜਲੰਧਰ ਤੋਂ। ਤੇ ਵੀਜ਼ਾ ਲੱਗ ਗਿਆ ਸੀ ਤੁਹਾਡਾ? ਵੀਜ਼ਾ ਲੱਗ ਗਿਆ ਸੀ। ਅੱਛਾ ਜੀ, ਤੇ ਫਿਰ ਕਦੋਂ ਪਤਾ ਲੱਗਾ ਕਿ ਹੁਣ ਜਾਣ ਨਹੀਂ ਦਿੱਤਾ? 8:30 ਵਜੇ ਨਾਲ ਸਾਨੂੰ ਕਾਲ ਆਈ ਹੈ ਤੇ ਅਸੀਂ ਰਾਤ ਕੱਲ ਦੁਪਹਿਰ ਦੇ ਇੱਥੇ ਆ ਗਏ ਸੀ ਅਸੀਂ ਜਲੰਧਰ ਤੋਂ। ਅੱਛਾ ਜੀ, ਤੇ ਰਾਤ ਨੂੰ ਸਾਨੂੰ ਪਤਾ ਲੱਗਾ 8:30 ਵਜੇ ਨਾਲ ਕਿ ਮੋਦੀ ਨੇ ਨਹੀਂ ਅੱਗੇ ਜਾਣ ਦੇਣਾ। ਬਿਲਕੁਲ ਆ ਤੁਸੀਂ ਦੇਖ ਵੀ ਸਕਦੇ ਹੋ ਸੰਗਤ ਜੀ ਕਿ ਜਲੰਧਰ ਤੋਂ ਇਹ ਇੱਥੇ ਪਹੁੰਚੇ ਸੀਗੇ ਤੇ ਕਲੀਅਰੈਂਸ ਜਿਹੜੀ ਆ ਉਹ ਇਹਨਾਂ ਨੂੰ ਮਿਲ ਗਈ ਸੀਗੀ ਸਾਰੀ, ਤੇ 18 ਤੋਂ ਲੈ ਕੇ 25 ਤੱਕ ਜਿਹੜਾ ਆ ਉਹ ਇਹਨਾਂ ਦਾ ਜਿਹੜਾ ਡਿਊਰੇਸ਼ਨ ਟੂ ਸਟੇ ਸੀਗਾ ਉਹ ਸੀਗਾ। ਸੋ ਇਹ ਹੁਣ ਸਾਰਾ ਕੁਝ ਵੀਜ਼ੇ ਲੱਗੇ ਦੇ ਬਾਵਜੂਦ ਵੀ ਜਿਹੜਾ ਆ ਉਹ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜਾ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਇਜਾਜ਼ਤ ਜਿਹੜੀ ਉਹ ਨਹੀਂ ਦਿੱਤੀ ਜਾਏਗੀ ਜਾਣ ਦੀ, ਕਿਉਂਕਿ ਕੋਵਿਡ ਆ ਉਹਦੇ ਕਰਕੇ, ਤੇ ਨਾਲ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਰੀਜ਼ਨ ਆ ਕੁਝ, ਉਹਦੇ ਕਰਕੇ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ। ਤੁਸੀਂ ਕੋਵਿਡ ਦੇ ਸਾਰਿਆਂ ਨੇ ਟੈਸਟ ਸਾਰਿਆਂ ਨੇ ਹਾਂਜੀ ਕੋਵਿਡ ਟੈਸਟ ਕਰਵਾਏ, ਗਵਰਨਮੈਂਟ ਵੱਲੋਂ ਕਰਵਾਏ। ਸਾਡੇ ਕੋਲ ਉਹ ਵੀ ਸਲਿੱਪਸ ਹੈਗੀਆਂ ਕੋਵਿਡ ਟੈਸਟਡ ਦੀਆਂ ਵੀ ਸਾਰੀਆਂ, ਮੈਡੀਕਲ ਕਰਵਾ ਕੇ ਆਏ ਆ ਸਾਰੇ ਨਾਲ। ਇੱਕ ਬਹਾਨਾ ਬਣਾਇਆ ਉਹਨਾਂ ਨੇ ਬਸ। ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਜੀ ਲੁਧਿਆਣੇ ਤੋਂ ਆਇਆ। ਅੱਛਾ ਜੀ, ਤੁਹਾਡਾ ਵੀ ਲੱਗਾ ਸੀਗਾ ਵੀਜ਼ਾ? ਬਿਲਕੁਲ ਜੀ, ਮੇਰਾ ਵੀਜ਼ਾ ਲੱਗਿਆ ਹੋਇਆ ਤੇ ਸਾਨੂੰ ਬੜੀ ਇਸ ਕੌਮ ਨੂੰ, ਪੂਰੀ ਸਿੱਖ ਕੌਮ ਨੂੰ ਇਸ ਦੇ ਬਾਰੇ ਬਹੁਤ
ਪੀੜ ਆ ਬਈ ਸਾਡਾ ਗੁਰੂ ਨਾਨਕ ਸਾਹਿਬ ਦਾ ਜਿੱਥੇ ਹੋਇਆ ਸਾਡਾ ਵੱਡਾ ਸਥਾਨ ਆ, ਜਿਸ ਤਰ੍ਹਾਂ ਮੁਸਲਮਾਨ ਭਾਈਚਾਰੇ ਦਾ ਮੱਕਾ ਤੇ ਹਿੰਦੂ ਭਾਈਚਾਰੇ ਦਾ ਤੇ ਅਯੁੱਧਿਆ, ਤੇ ਇਸੇ ਤਰ੍ਹਾਂ ਸਾਡਾ ਨਨਕਾਣਾ ਸਾਹਿਬ ਸਥਾਨ ਆ, ਤੇ ਉਸ ਨੂੰ ਸਾਡਾ ਸਮਰਪਿਤ ਹੋਣਾ ਜਾਂ ਉੱਥੋਂ ਹੀ ਤਾਂ ਸਾਡਾ ਜਿਹੜਾ ਆਜ਼ਾਦੀ ਦਾ ਮੁੱਢ ਬੰਨ੍ਹਿਆ ਗਿਆ। ਜਦੋਂ ਕਿ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਇਆ ਗਿਆ, ਉਦੋਂ ਹੀ ਸਾਰੇ ਲੀਡਰਾਂ ਨੇ ਕਿਹਾ ਸੀ ਵੀ ਅੱਜ ਨਨਕਾਣਾ ਸਾਹਿਬ ਆਜ਼ਾਦ ਹੋ ਗਿਆ। ਗਾਂਧੀ ਜੀ ਨੇ ਵੀ ਕਿਹਾ ਸੀ ਵੀ ਅੱਜ ਆਜ਼ਾਦੀ ਦਾ ਵੀ ਮੁੱਢ ਬੰਨ੍ਹਿਆ ਗਿਆ, ਜੋ ਕਿ ਨਨਕਾਣਾ ਸਾਹਿਬ ਗੁਰਦੁਆਰਾ ਆਜ਼ਾਦ ਕਰਵਾਉਣ ਤੋਂ ਬਾਅਦ ਹੀ ਆਜ਼ਾਦੀ ਦਾ ਮੁੱਢ ਬੰਨ੍ਹਿਆ ਗਿਆ, ਜੋ ਕਿ ਅੱਜ ਸਾਨੂੰ ਆਜ਼ਾਦੀ ਦਾ ਕੋਈ ਸਾਨੂੰ ਉਹ ਨਹੀਂ ਹੈ, ਫਖਰ ਨਹੀਂ ਹੈ। ਆਜ਼ਾਦ ਹੁੰਦੇ ਹੋਏ ਵੀ ਅਸੀਂ ਗੁਲਾਮੀ ਅਹਿਸਾਸ ਕਰ ਰਹੇ ਹਾਂ। ਬਿਲਕੁਲ ਸਾਡੀ ਕੌਮ ਨੂੰ ਪੂਰਾ ਇਹਦੇ ਵਿੱਚ ਠੇਸ ਪਹੁੰਚੀ ਆ। ਅਸੀਂ ਇਸ ਦਾ ਦੱਬ ਕੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ। ਹਾਂਜੀ ਬਾਬਾ ਜੀ, ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਆ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਸ਼ਾਇਦ ਉਹ ਵੀ ਫੈਕਟਰ ਇੱਕ ਹੈਗਾ ਆ ਕਿ ਉੱਥੇ ਜਾ ਕੇ ਵੀ ਕਿਸਾਨੀ ਦੀ ਗੱਲ ਜਿਹੜੀ ਕਰਨਗੇ, ਪ੍ਰਚਾਰ ਹੋਏਗਾ ਦੂਸਰੇ ਮੁਲਕ ਦੇ ਵਿੱਚ ਜਾ ਕੇ, ਤੇ ਸਰਕਾਰ ਦੀ ਬਦਨਾਮੀ ਹੋਰ ਜ਼ਿਆਦਾ ਹੋਏਗੀ। ਹਾਂਜੀ ਹਾਂਜੀ, ਇਹ ਚੀਜ਼ ਨੂੰ ਇਹਨਾਂ ਨੇ ਮੁੱਖ ਰੱਖਿਆ ਹੈ ਵੀ ਉੱਥੋਂ ਜਿਹੜਾ ਮੀਡੀਆ ਪਾਕਿਸਤਾਨ ਦੇ ਵਿੱਚ ਬੜੀ ਪੂਰੇ ਵਰਲਡ ਦੇ ਵਿੱਚ ਆਪਣੇ ਮੀਡੀਆ ਰਾਹੀਂ ਗੱਲ ਉੱਥੇ ਵੀ ਸਿੱਖ ਜਾ ਕੇ ਉੱਥੇ ਮੀਡੀਆ ਰਾਹੀਂ ਗੱਲ ਨਾ ਰੱਖਣ। ਇਸ ਕਾਰਨ ਕਰਕੇ ਵੀ ਇਹਨਾਂ ਨੇ ਮੇਰੇ ਖਿਆਲ ਹੋ ਸਕਦਾ ਵੀ ਇਹਨਾਂ ਨੇ ਇਹ ਕਰੋਨਾ ਦਾ ਬਹਾਨਾ ਬਣਾਇਆ। ਬਿਲਕੁਲ। ਸੋ ਇੱਥੇ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਦੇ ਕੋਲੋਂ ਜਾਣਿਆ ਕਿ ਕੋਈ ਜਲੰਧਰ ਤੋਂ, ਕੋਈ ਲੁਧਿਆਣੇ ਤੋਂ, ਕੋਈ ਕਪੂਰਥਲੇ ਤੋਂ, ਕੋਈ ਸਿਰਸੇ ਤੋਂ ਜਿਹੜਾ ਆ ਉਹ ਆਏ। ਵੀਰ ਜੀ, ਤੁਸੀਂ ਕਿੱਥੋਂ ਆਏ ਜੀ? ਮੈਂ ਅਸੰਧ ਡਿਸਟ੍ਰਿਕਟ ਕਰਨਾਲ ਤੋਂ ਹਾਂ ਜੀ। ਹਰਿਆਣਾ ਲੱਗਾ ਸੀਗਾ? ਹਾਂਜੀ ਬਿਲਕੁਲ ਭਾਜੀ, ਆ ਵੇਖੋ ਵੀਜ਼ਾ ਲੱਗਾ ਹੋਇਆ ਹੈ। ਬੜੀ ਉਮੀਦ ਸੀ, ਇੰਨਾ ਦਿਲ ਖੁਸ਼ ਸੀ ਕੱਲ ਦਾ, ਬਹੁਤ ਜ਼ਿਆਦਾ। ਬਟ ਕੱਲ ਜਾ ਰਹੇ ਸੀ ਤੁਸੀਂ? ਸਰ ਪਹਿਲੀ ਵਾਰੀ ਮੈਂ ਪਹਿਲਾਂ ਕਰਤਾਰਪੁਰ ਸਾਹਿਬ ਗਿਆ ਸੀਗਾ, ਬਟ ਹੁਣ ਫਸਟ ਟਾਈਮ ਜਾਣਾ ਸੀਗਾ। ਬੜੀ ਉਮੀਦ ਸੀ, ਬੜਾ ਦਿਲ ਖੁਸ਼ ਸੀ। ਘਰਦਿਆਂ ਨੇ ਬੜੀਆਂ ਅਰਦਾਸਾਂ ਕੀਤੀਆਂ ਵੀ ਸੁੱਖੀ ਸ਼ਾਂਤੀ ਸਾਰਿਆਂ ਦੀ ਯਾਤਰਾ ਸਫਲ ਹੋਵੇ। ਨਹੀਂ ਕਰਮਾਂ 'ਚ ਭਾਜੀ, ਕੀ ਕਰੀਏ ਹੁਣ, ਬੜਾ ਦੁੱਖ ਲੱਗਦਾ ਜੀ। ਬਿਲਕੁਲ ਜੀ ਬਿਲਕੁਲ, ਬਹੁਤ ਗਲਤ ਕੀਤਾ ਜੀ ਇਹ ਸਰਕਾਰ ਕੋਲ, ਆਪਣਾ ਸੈਂਟਰ ਸਰਕਾਰ ਨੇ ਬਹੁਤ ਗਲਤ ਕੀਤਾ ਜੀ। ਇੰਨੀ ਸੰਗਤਾਂ ਦੇ ਨਾਲ ਖਿਲਵਾੜ ਕੀਤਾ, ਬਹੁਤ ਧੋਖਾ ਕੀਤਾ ਜੀ। ਬਟ ਇੱਦਾਂ ਤਾਂ ਨਹੀਂ ਕਰਨਾ ਚਾਹੀਦਾ। ਬਿਲਕੁਲ, ਬੜੇ ਹੀ ਸ਼ਾਰਟ ਨੋਟਿਸ ਦੇ ਉੱਤੇ ਸਾਰਾ ਕੁਝ ਜਿਹੜਾ ਆ ਉਹ ਹੋਇਆ ਹੈ। ਸਮਾਂ ਵੀ ਨਹੀਂ ਦਿੱਤਾ ਗਿਆ ਕਿ ਕੋਈ ਹੋਰ ਰਾਹ ਨਾ ਲੱਭਿਆ ਜਾਵੇ। ਸੋ ਇਸ ਤਰੀਕੇ ਨਾਲ ਅੱਗੇ ਚੱਲ ਕੇ ਹੋਰ ਸੰਗਤ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਹਾਂ। ਇਸ ਵੇਲੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਆ। ਜਿਹੜੇ ਸ਼ਰਧਾਲੂਆਂ ਨੇ ਨਨਕਾਣਾ ਸਾਹਿਬ ਸਾਕਾ ਜਿਹੜਾ ਹੋਇਆ ਸੀਗਾ ਉਸ ਦਾ 100 ਸਾਲ ਪੂਰੇ ਹੋਏ ਮਨਾਉਣ ਵਾਸਤੇ ਪਾਕਿਸਤਾਨ ਜਾਣਾ ਸੀਗਾ, ਤੇ ਇੱਕਦਮ ਜਿਹੜਾ ਆ ਉਹ ਸੈਂਟਰ ਗਵਰਨਮੈਂਟ ਦੇ ਵੱਲੋਂ, ਜਿਹੜਾ ਗ੍ਰਹਿ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਜਾਣ ਦੀ ਆਗਿਆ ਜਿਹੜੀ ਆ ਉਹ ਨਾ ਮਿਲਣ ਦੇ ਉੱਤੇ ਸੰਗਤਾਂ ਦੇ ਵਿੱਚ ਜਿਹੜਾ ਰੋਸ ਆ ਉਹ ਪਾਇਆ ਜਾ ਰਿਹਾ ਹੈ। ਤੇ ਇੱਥੇ ਪਾਸਪੋਰਟ ਹੱਥਾਂ ਦੇ ਵਿੱਚ ਲੈ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜੀ ਸਰਕਾਰ ਨੇ ਇਹ ਹਰਕਤ ਕੀਤੀ ਆ ਉਸ ਦੇ ਖਿਲਾਫ ਆਪਣਾ ਰੋਸ ਜਿਹੜਾ ਆ ਉਹ ਜ਼ਾਹਰ ਜਿਹੜਾ ਆ ਉਹ ਕਰ ਰਹੇ ਆ ਸ਼ਰਧਾਲੂ। ਸੋ 503 ਸ਼ਰਧਾਲੂਆਂ ਦਾ ਵੀਜ਼ਾ ਲੱਗਿਆ ਸੀਗਾ ਜਿਨ੍ਹਾਂ ਨੇ ਜਾਣਾ ਸੀਗਾ ਪਾਕਿਸਤਾਨ। ਵੀਜ਼ੇ ਮਿਲਣ ਤੇ ਬਾਵਜੂਦ ਵੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਆ ਉਹ ਇਹਨਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਬਹਾਨਾ ਬਣਾਇਆ ਗਿਆ ਕਿ ਕੋਵਿਡ ਕਰਕੇ ਜਿਹੜੀ ਸਮੱਸਿਆ ਆ ਉਹ ਆਵੇਗੀ ਤੇ ਨਾਲੇ ਇਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਪ੍ਰੋਪਰ ਨਹੀਂ ਦਿੱਤੀ ਜਾ ਸਕਦੀ। ਸੋ ਇਸ ਕਰਕੇ ਇਹ ਇੱਕ ਗੱਲ ਜਿਹੜੀ ਆ ਉਹ ਬਣਾ ਕੇ ਤੇ ਇਹਨਾਂ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਜਿਹੜਾ ਆ ਉਹ ਰੋਕ ਦਿੱਤਾ ਗਿਆ ਆ। ਸੋ ਜਿਹਦਾ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਦੇ ਵੱਲੋਂ ਵੀ ਜਿਹੜੀ ਆ ਉਹ ਕਾਫੀ ਨਿੰਦਿਆ ਕੀਤੀ ਗਈ ਇਸ ਚੀਜ਼ ਦੀ ਕਿ ਐਵੇਂ ਨਹੀਂ ਸੀ ਹੋਣਾ ਚਾਹੀਦਾ। ਇੱਕਦਮ ਅੰਤਲੇ ਮੌਕੇ ਦੇ ਉੱਤੇ ਜਦੋਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬੱਸਾਂ ਦੀ ਬੁਕਿੰਗ ਕੀਤੀ ਸੀ, ਹੋਰ ਵੀ ਸਾਰੇ ਪ੍ਰਬੰਧ ਕੀਤੇ ਸੀਗੇ, ਤੇ ਇਹ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਜਿਹੜੀ ਆ ਇੰਡੀਅਨ ਗਵਰਨਮੈਂਟ ਦੇ ਵੱਲੋਂ ਨਹੀਂ ਦਿੱਤੀ ਗਈ। 100 ਸਾਲ ਪੂਰੇ ਹੋਏ ਆ ਸਾਕਾ ਨਨਕਾਣਾ ਸਾਹਿਬ ਨੂੰ, ਤੇ ਉਸੇ ਸਬੰਧ ਦੇ ਵਿੱਚ ਜਿਹੜਾ ਆ ਉਹ ਪਾਕਿਸਤਾਨ ਵਿੱਚ ਜਿਹੜਾ ਆ ਉਹ ਜਾ ਕੇ ਉਸ ਦਿਨ ਨੂੰ ਜਿਹੜਾ ਆ ਉਹ ਮਨਾਉਣ ਵਾਸਤੇ ਜਾਣਾ ਸੀਗਾ। ਸੋ ਇਸ ਦੀ ਸਾਰੇ ਪਾਸਿਓਂ ਹੀ ਨਿੰਦਿਆ ਹੋ ਰਹੀ ਆ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਕਿਸਾਨਾਂ ਨੂੰ ਜਿਹੜਾ ਮੁੱਖ ਰੱਖਦਿਆਂ ਹੋਇਆਂ ਕਿ ਉੱਥੇ ਜਾ ਕੇ ਫਿਰ ਕਿਸਾਨੀ ਦੀ ਕਿਤੇ ਗੱਲ ਹੋਏਗੀ ਜਾਂ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਹੋਣਗੀਆਂ, ਤਾਂ ਉਸ ਚੀਜ਼ ਨੂੰ ਰੋਕਣ ਵਾਸਤੇ ਇਹਨਾਂ ਨੂੰ ਜਿਹੜਾ ਆ ਉਹ ਰੋਕ ਦਿੱਤਾ ਗਿਆ ਵੀਜ਼ਾ ਲੱਗਣ ਦੇ ਬਾਵਜੂਦ ਵੀ। ਸੋ ਕਾਫੀ ਜ਼ਿਆਦਾ ਜਿਹੜਾ ਸੰਗਤਾਂ ਦੇ ਵਿੱਚ ਆ ਉਹ ਰੋਸ ਪਾਇਆ ਜਾ ਰਿਹਾ। ਨਾਅਰੇਬਾਜ਼ੀ ਸਰਕਾਰ ਦੇ ਖਿਲਾਫ ਜਿਹਨਾਂ ਸ਼ਰਧਾਲੂਆਂ ਦੇ ਵਿੱਚ ਲੱਗੇ ਉਹ ਕਰ ਰਹੇ ਨੇ। ਭਾਰਤ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਭਾਰਤ ਸਰਕਾਰ ਮੁਰਦਾਬਾਦ, ਸਿੱਖਾਂ ਨਾਲ ਧੋਖਾ ਕਰਾਉਣ ਵਾਲੀ ਭਾਰਤ ਸਰਕਾਰ ਮੁਰਦਾਬਾਦ, ਸਿੱਖਾਂ ਨਾਲ ਧੋਖਾ ਕਮਾਉਣ ਵਾਲੀ ਭਾਰਤ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ
ਮੋਦੀ ਸਰਕਾਰ ਸੋ ਲਗਾਤਾਰ ਸੈਂਟਰ ਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਆ ਉਹ ਸ਼ਰਧਾਲੂਆਂ ਦੇ ਵੱਲੋਂ ਕੀਤੀ ਜਾ ਰਹੀ ਆ। ਇੱਥੇ ਤੁਸੀਂ ਦੇਖ ਸਕਦੇ ਹੋ, ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਜਿਹੜੇ ਆ ਉਹ ਵੀਜ਼ੇ ਲੱਗੇ ਆ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਸੀਰ ਸਿੰਘ, ਜ਼ਿਲ੍ਹਾ ਸਰਸਾ, ਹਰਿਆਣਾ। ਅਸੀਂ ਸਾਰੀ ਸੰਗਤ ਜੋ ਜਥਾ ਪਾਕਿਸਤਾਨ ਦੀ ਯਾਤਰਾ ਤੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਜਾ ਰਹੀ ਸੀ, ਜੋ ਭਾਰਤ ਸਰਕਾਰ ਨੇ ਸਿੱਖਾਂ ਨਾਲ ਇਹ ਜੋ ਇਲੈਕਸ਼ਨ ਕੱਲ੍ਹ ਗਿਣਤੀ ਹੋ ਕੇ ਹਟੀ ਹੈ, ਸਿੱਖਾਂ ਤੋਂ ਵੋਟਾਂ ਦਾ ਬਦਲਾ ਲਿਆ ਹੈ ਅਤੇ ਘੱਟ ਗਿਣਤੀਆਂ ਨਾਲ ਜੋ ਧੱਕੇ ਕਰ ਰਹੀ ਹੈ, ਸਾਨੂੰ ਹੁਣ ਪਤਾ ਲੱਗਿਆ ਹੈ। ਪਹਿਲਾਂ ਵੀ ਅਸੀਂ ਮਹਿਸੂਸ ਕਰਦੇ ਹਾਂ ਤੇ ਅੱਜ ਸਾਨੂੰ ਹੁਣ ਪਤਾ ਲੱਗਿਆ ਹੈ ਵੀ ਜੋ ਅਸੀਂ ਇਸ ਦੇਸ਼ ਵਿੱਚ ਆਜ਼ਾਦ ਨਹੀਂ ਹਾਂ, ਅਸੀਂ ਗੁਲਾਮ ਹਾਂ। ਜੋ ਮੌਕੇ ਤੇ ਆ ਕੇ ਸਾਡੇ ਜੋ ਜਥਾ ਜਾਣਾ ਸੀ ਗੁਰਧਾਮਾਂ ਦੀ ਯਾਤਰਾ ਤੇ ਮੌਕੇ ਤੇ ਆ ਕੇ ਰੱਦ ਕਰ ਦਿੱਤਾ ਹੈ। ਜੇ ਇਹਨਾਂ ਨੇ ਜਾਣ ਹੀ ਨਹੀਂ ਦੇਣੇ ਸੀ ਤਾਂ ਪਹਿਲਾਂ ਹੀ ਵੀਜ਼ੇ ਨਾ ਦਿੰਦੇ ਅਤੇ ਜਾਂ 2 ਦਿਨ ਪਹਿਲਾਂ ਹੀ ਕੈਂਸਲ ਕਰ ਦਿੰਦੇ। ਜੋ ਸੰਗਤ ਸਾਰੀ ਆਪਦੀ ਤਿਆਰੀ ਕਰਕੇ ਕੰਮ ਧੰਦਿਆਂ ਨੂੰ ਛੱਡ ਕੇ ਖਰਚਾ ਕਰਕੇ ਅੰਮ੍ਰਿਤਸਰ ਸਾਹਿਬ ਪਹੁੰਚੀ ਹੈ ਤੇ ਬਿਲਕੁਲ ਅੱਜ ਜਾਣ ਦੀ ਤਿਆਰੀ ਸੀ। ਜੋ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਾਏ, ਨਨਕਾਣਾ ਸਾਹਿਬ ਜੋ ਨਰੈਣੂ ਮਹੰਤ ਵਰਗਿਆਂ ਤੋਂ, ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੋ ਵਰਗਿਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਗੁਰਦੁਆਰੇ ਆਜ਼ਾਦ ਕਰਾਏ ਤੇ ਜਿਨ੍ਹਾਂ ਦਾ 100 ਸਾਲ ਦਾ ਇਤਿਹਾਸ ਅੱਜ ਮਨਾਉਣ ਵਾਸਤੇ ਸਾਰੀ ਸੰਗਤ ਜਾ ਰਹੀ ਸੀ ਅਤੇ ਐਨ ਮੌਕੇ ਤੇ ਆ ਕੇ ਭਾਰਤ ਸਰਕਾਰ ਨੇ ਸਾਡਾ ਜੋ ਜਥਾ ਜਾਣਾ ਸੀ ਬਿਲਕੁਲ ਕੈਂਸਲ ਕਰ ਦਿੱਤਾ, ਰੱਦ ਕਰ ਦਿੱਤਾ ਹੈ। ਸਿਕਿਉਰਿਟੀ ਦਾ ਬਹਾਨਾ ਲਾ ਕੇ ਬਿਲਕੁਲ ਅਸੀਂ ਪਿਛਲੇ ਸਾਲ ਜਾ ਕੇ ਆਏ ਹਾਂ, ਕੋਈ ਇਹੋ ਜਿਹੀ ਉੱਥੇ ਗੱਲ ਨਹੀਂ, ਬਿਲਕੁਲ ਸ਼ਾਂਤੀ ਦਾ ਮਾਹੌਲ ਹੈ। ਜੋ ਸਰਕਾਰ ਬਹਾਨੇ ਲਾ ਰਹੀ ਹੈ, ਜੋ ਸਿੱਖਾਂ ਦਾ ਦਿੱਲੀ ਵਿੱਚ ਧਰਨਾ ਚੱਲ ਰਿਹਾ ਹੈ, ਉਸ ਧਰਨੇ ਨੂੰ ਫੇਲ ਕਰਨ ਵਾਸਤੇ ਕੋਈ ਨਾ ਕੋਈ ਬਹਾਨੇ ਮਨਾ ਰਹੀ ਹੈ ਭਾਰਤ ਸਰਕਾਰ। ਬਿਲਕੁਲ ਕਿਤੇ ਨਾ ਕਿਤੇ ਕਿਸਾਨਾਂ ਦੀ ਗੱਲ ਵੀ ਉੱਥੇ ਜਾ ਕੇ ਨਾ ਹੋਵੇ, ਜਿਸ ਤਰ੍ਹਾਂ ਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਸਰਕਾਰ ਜਿਹੜੀ ਆ ਉਹ ਘਿਰੀ ਹੋਈ ਹੈ ਇਸ ਵੇਲੇ। ਉਸ ਚੀਜ਼ ਨੂੰ ਵੀ ਜਿਹੜਾ ਆ ਮੁੱਦਾ ਬਣਾ ਕੇ ਸ਼ਾਇਦ ਜਿਹੜਾ ਆ ਉਹ ਸਮਾਂ ਵੀ ਨਹੀਂ ਦਿੱਤਾ ਗਿਆ ਕਿ ਕੋਈ ਦਿਨ ਪਹਿਲਾਂ ਦੱਸਿਆ ਜਾਂਦਾ ਤੇ ਸ਼ਾਇਦ ਕੋਈ ਰਾਹ ਨਾ ਲੱਭ ਲੈਣ। ਐਟ ਏ ਟਾਈਮ ਇਹ ਗੱਲ ਜਿਹੜੀ ਆ ਉਹ ਸਾਹਮਣੇ ਆਈ ਹੈ। ਬਿਲਕੁਲ ਜੀ, ਇਹ ਆਪਦਾ ਮਾਸ ਬਚਾਉਂਦੀ ਹੈ ਭਾਰਤ ਸਰਕਾਰ ਹੈ, ਬਿਲਕੁਲ ਐਨ ਥੱਲੇ ਆ ਰਹੀ ਹੈ, ਡਾਊਨ ਆ ਰਹੀ ਹੈ ਭਾਰਤ ਸਰਕਾਰ। ਜੋ ਹਿੰਦੁਸਤਾਨ ਦੀ ਸਥਿਤੀ ਹੈ ਬਿਲਕੁਲ ਡਾਊਨ ਆ ਰਹੀ ਹੈ। ਜੇ ਮੋਦੀ 2 ਸਾਲ 3 ਸਾਲ ਜੋ ਇਹਦਾ ਟਾਈਮ ਰਹਿੰਦਾ ਰਹਿ ਗਿਆ, ਇਹ ਐਨ ਭਾਰਤ ਸਰਕਾਰ ਹੈ ਜੋ ਸਾਰੇ ਜਿੰਨਾ ਵੀ ਆ ਸਭ ਠੇਕੇ ਤੇ ਦੇ ਰਿਹਾ ਹੈ, ਕੋਈ ਵੇਚ ਰਿਹਾ ਹੈ, ਜੋ ਕਾਰਖਾਨੇ ਆ, ਰੇਲਵੇ ਹੈ, BSNL ਹੈ। ਇਹ ਕਰੋਨਾ ਦਾ ਬਹਾਨਾ ਲਾ ਕੇ ਪਹਿਲਾਂ ਇਹਨਾਂ ਨੇ ਬਿੱਲ ਲਿਆਂਦੇ 3। ਕੀ ਜ਼ਰੂਰਤ ਪਈ ਸੀ ਇਹਨਾਂ ਨੂੰ ਐਡੀ ਛੇਤੀ ਕਾਲ ਕਰਨ ਦੀ? ਕੀ ਜ਼ਰੂਰਤ ਪਈ ਸੀ? ਜਿਹੜੀ ਚੀਜ਼ ਆਪਾਂ ਕੋਈ ਕਿਸੇ ਨੂੰ ਚਾਹੀਦੀ ਨਹੀਂ, ਉਹ ਆਦਾ ਵੀ ਮੈਨੂੰ ਚਾਹੀਦੀ ਨਹੀਂ, ਧੱਕੇ ਨਾਲ ਕਿਸੇ ਨੂੰ ਦੇਈਏ ਉਹ ਲੈ ਲੂਗਾ। ਬਿਲਕੁਲ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਬਣਾ ਕੇ ਜੀ ਇਹਨਾਂ ਨੇ ਤੇ ਪਹਿਲਾਂ ਸਾਡਾ ਕਰਤਾਰਪੁਰ ਦਾ ਜਿਹੜਾ ਕੋਰੀਡੋਰ ਸੀਗਾ ਜੀ, ਪਾਕਿਸਤਾਨ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਸੀਗੇ। ਉਹ ਬਹਾਨਾ ਬਣਾ ਕੇ ਇਹਨਾਂ ਨੇ ਪਹਿਲਾਂ ਕੋਰੀਡੋਰ ਬੰਦ ਕੀਤਾ ਜੀ। ਫਿਰ ਇਹਨਾਂ ਨੇ ਕਿਸਾਨਾਂ ਨਾਲ ਦੇਖੋ ਕਿੰਨਾ ਉੱਥੇ ਧੱਕਾ ਕੀਤਾ ਜੀ। ਅੱਜ ਸਾਡੇ ਪਾਸਪੋਰਟ ਰੱਦ ਕਰਤੇ ਤੇ ਜੀ। ਇਹ ਸਾਰਾ ਕੱਲ ਚੋਣਾਂ 'ਚ ਹਰੇ ਆ ਜੀ, ਉਹਦਾ ਕਰਕੇ ਇਹ ਵੇਖ ਰਹੇ ਆ ਕਿ ਕਿਸਾਨਾਂ ਦਾ ਵੀ ਉਧਰ ਕੋਈ ਮੁੱਦਾ ਨਾ ਚੱਕ ਦੇਣ। ਦਿੱਲੀ ਸਰਕਾਰ ਨੇ ਇਸੇ ਕਰਕੇ ਸਾਨੂੰ ਤੁਰਤ ਰੋਕਿਆ ਗਿਆ ਜੀ। ਕੋਈ ਸੁਰੱਖਿਆ ਦੀ ਗੱਲ ਨਹੀਂ, ਉੱਥੇ ਬਹੁਤ ਵਧੀਆ ਪ੍ਰਬੰਧ ਹੁੰਦੇ ਆ ਜੀ। ਦਿਨੋਂ ਦਿਨ ਕੀਮਤਾਂ ਜੀ ਤੇਲ ਦੀਆਂ ਕਿੱਥੇ ਲਿਜਾਈ ਜਾਂਦੇ ਆ, ਕਿਸਾਨੀ ਨੂੰ ਡੁਬੋਈ ਜਾਂਦੇ ਆ ਜੀ। ਮੰਨ ਲਓ ਗੱਲ ਇਸ ਤਰ੍ਹਾਂ ਸਾਨੂੰ ਸਿੱਖਾਂ ਨੂੰ ਬਹੁਤ ਹੀ ਥੱਲੇ ਕਰ ਰਿਹਾ। ਅਸੀਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਉੱਪਰ ਬਣਾਇਆ ਸੀ, ਪਰ ਹੁਣ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਕਿਉਂਕਿ ਜੀ ਜੇ ਦਿੱਲੀ ਆ ਤਾਂ ਉੱਥੇ ਕਿੰਨੇ ਬੈਠੇ ਆ ਜੀ ਸਾਡੇ ਸਿੱਖ ਆਗੂ, ਕਿਸਾਨ ਆਗੂ, ਉਹਨਾਂ ਦੀ ਕੋਈ ਸੁਣਵਾਈ ਨਹੀਂ। ਉਹਨਾਂ ਤੇ ਵੀ ਗਲਤ ਪਰਚੇ ਪਾਏ ਜਾ ਰਹੇ ਆ ਜੀ। ਜਿਹੜਾ ਕਿ ਨਿਸ਼ਾਨ ਸਾਹਿਬ ਆ ਸਾਡਾ ਜੀ, ਉਹਦੇ ਕੋਈ ਉਹ ਨਹੀਂ। ਅਸੀਂ ਤਿਰੰਗੇ ਦੀ ਬਹੁਤ ਹੀ ਮਾਣ ਸਨਮਾਨ ਕਰਦੇ ਆ ਜੀ, ਤੇ ਅਸੀਂ ਉੱਥੇ ਸਾਡੇ ਤੇ ਕੇਸ ਪਾਏ ਗਏ ਆ ਜੀ ਨਿਸ਼ਾਨ ਸਾਹਿਬ ਦੇ, ਚੋਲੇ ਸਾਹਿਬ ਦੇ, ਤੇ ਉੱਥੋਂ ਦੇ ਜਿਹੜੇ ਹੈਗੇ ਰਿਹਾਈ ਕੀਤੇ ਜਾਣ, ਜਿਹੜੇ ਉੱਥੇ ਸਾਡੇ ਕਿਸਾਨ ਆਗੂ ਉੱਥੇ ਅੰਦਰ ਕੀਤੇ ਆ ਜੀ। ਜਿਹੜਾ ਵੀਜ਼ਾ ਜਿਹੜਾ ਮਿਲਿਆ ਸੀਗਾ ਉਹ ਕਿੱਥੇ ਆ, ਉਹ ਵੀ ਦਿਖਾ ਦਿਓ ਤੁਸੀਂ ਜੀ। ਬਿਲਕੁਲ ਜਿਹੜੀ ਆ ਉਹ ਸੰਗਤ ਦੇਖ ਸਕਦੀ ਆ ਕਿ ਜਿਹੜਾ ਵੀਜ਼ੇ ਜਿਹੜੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੱਗੇ ਸੀਗੇ। ਸੋ ਇਹਨਾਂ ਨੇ ਜਾਣਾ ਸੀਗਾ ਸਾਕਾ ਨਨਕਾਣਾ ਸਾਹਿਬ ਦੇ ਸੰਬੰਧ ਦੇ ਵਿੱਚ। ਉੱਥੇ ਜਥਾ ਜਿਹੜਾ ਨਵੰਬਰ ਦੇ ਵਿੱਚ ਵੀ ਪਹਿਲਾਂ ਗਿਆ ਸੀਗਾ, ਉਦੋਂ ਕੋਈ ਕਰੋਨਾ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਗਈ, ਪਰ ਹੁਣ ਜਾਣਬੁੱਝ ਕੇ ਬਹਾਨਾ ਜਿਹੜਾ ਬਣਾ ਕੇ ਆ ਉਹ ਜਿਹੜਾ ਆ ਸੈਂਟਰ ਗਵਰਨਮੈਂਟ ਦੇ ਵੱਲੋਂ, ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਆ ਉਹ ਕਿਹਾ ਗਿਆ ਕਿ ਸਿਕਿਉਰਿਟੀ ਜਿਹੜੀ ਆ ਉਹ ਨਹੀਂ ਦੇ ਸਕਦੇ ਤੇ ਕਰੋਨਾ ਕਰਕੇ ਜਿਹੜਾ ਇਹ ਜਥਾ ਆ ਉੱਥੇ ਨਹੀਂ ਜਾਏਗਾ। ਸੋ ਅਸੀਂ ਹੋਰ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਇਹ ਐਟ ਏ ਟਾਈਮ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ
ਸਾਰਾ ਹੀ ਬਣਿਆ ਬਣਾਇਆ ਪ੍ਰੋਗਰਾਮ ਜਿਹੜਾ ਆ ਉਹ ਰੱਦ ਕੀਤਾ ਗਿਆ ਆ। ਤੁਹਾਨੂੰ ਪਤਾ ਕਦੋਂ ਲੱਗਾ ਇਸ ਚੀਜ਼ ਦਾ? ਸਾਨੂੰ ਕੱਲ ਸ਼ਾਮ ਨੂੰ 6:30 ਵਜੇ ਇੱਥੇ ਅੰਮ੍ਰਿਤਸਰ ਪਹੁੰਚ ਕੇ ਪਤਾ ਲੱਗਿਆ ਵੀ ਤੁਹਾਡਾ ਸਿਕਿਉਰਿਟੀ ਦਾ ਬਹਾਨਾ ਲਾ ਕੇ ਸਰਕਾਰ ਨੇ ਤੁਹਾਡਾ ਵੀਜ਼ਾ ਰੱਦ ਕਰਤਾ ਹੈ, ਤੁਹਾਨੂੰ ਐਂਟਰੀ ਨਹੀਂ ਦੇਣਗੇ ਪਾਕਿਸਤਾਨ ਦੀ। ਇਹ ਇਹਨਾਂ ਨੇ ਜਾਣਬੁੱਝ ਕੇ ਲੇਟ ਦੱਸਿਆ ਵੀ ਕੋਈ ਕੋਰਟ ਦੇ ਵਿੱਚ ਨਾ ਚਲੇ ਜਾਣ ਸ਼ਰਧਾਲੂ, ਜਾਂ ਕੋਈ ਐਪਲੀਕੇਸ਼ਨ ਦੇ ਕੇ ਮਨਜ਼ੂਰੀ ਨਾ ਲੈ ਲੈਣਾ। ਇਹਨਾਂ ਨੇ ਬਿਲਕੁਲ ਸ਼ਾਮ ਨੂੰ ਆ ਕੇ ਇਹਨਾਂ ਨੇ ਡਿਕਲੇਅਰ ਕਰਿਆ ਵੀ ਜਥਾ ਨਹੀਂ ਜਾ ਸਕਦਾ। ਜੇ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਜਾਂ ਤਾਂ ਅਸੀਂ ਆਉਂਦੇ ਨਾ, ਜਾਂ ਫਿਰ ਕੋਰਟ ਦੇ ਵਿੱਚ ਕੋਈ। ਕਿੱਥੋਂ ਆਏ ਹੋ? ਅਸੀਂ ਸਰਸੇ ਤੋਂ ਆਏ ਜੀ, ਇੱਥੋਂ 300 ਕਿਲੋਮੀਟਰ ਤੋਂ ਆਏ ਹਾਂ। ਹੋਰ ਰਾਜਸਥਾਨ ਤੋਂ ਆਈ ਹੈ ਸੰਗਤ, 500 600 ਕਿਲੋਮੀਟਰ ਤੋਂ ਆਏ ਹੈ। ਸਾਰੇ ਇੰਡੀਆ ਦੇ ਲੋਕ ਨੇ, 700 ਕੁਛ 750 ਬੰਦਾ ਹੈ, ਤੇ ਸਾਰਿਆਂ ਦੇ ਵੀਜ਼ੇ ਲੱਗੇ ਨਾ। ਪਾਕਿਸਤਾਨ ਗਵਰਨਮੈਂਟ ਨੇ ਵੀਜ਼ਾ ਦਿੱਤਾ ਹੈ। ਇਹਨਾਂ ਨੇ ਜਾਣਬੁੱਝ ਕੇ ਪਹਿਲਾਂ ਕੋਈ ਮਤਲਬ ਇਹੋ ਜੀ ਗੱਲ ਨਹੀਂ ਸੀ। ਉੱਥੇ ਆਰਾਮ ਨਾਲ ਅਮਨ ਸ਼ਾਂਤੀ ਨਾਲ ਨਵੰਬਰ ਦੇ ਵਿੱਚ ਲੋਕ ਸ਼ਰਧਾਲੂ ਜਾ ਕੇ ਆਏ ਨੇ। ਇਹ ਸ਼ਤਾਬਦੀ ਸੀਗੀ ਆਪਣੇ ਗੁਰਦੁਆਰਿਆਂ ਦੀ ਆਜ਼ਾਦੀ ਦੀ 100 ਸਾਲਾ। ਉਹ ਸੰਗਤਾਂ ਨੇ ਬੜੀ ਸ਼ਰਧਾ ਨਾਲ ਉਹਨਾਂ ਨੂੰ ਉੱਥੇ ਦਰਸ਼ਨ ਕਰਕੇ ਆਉਣੇ ਸੀ, ਮਨਾਉਣਾ ਸੀ, ਸ਼ਤਾਬਦੀ ਮਨਾਉਣੀ ਸੀ। ਤੇ ਸਾਡੇ ਨਾਲ ਵਿਤਕਰਾ ਕੀਤਾ ਗਿਆ ਜੀ। ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਵੀ ਜਾਣਬੁੱਝ ਕੇ ਸਾਰੇ ਧਰਮਾਂ ਦੇ ਲੋਕ ਆਪਦੇ ਜਿਹੜੇ ਇਸ਼ਟ ਬਣੇ ਹੈਗੇ, ਕਿਤੇ ਬਾਹਰ ਬਣੇ ਆ, ਉੱਥੇ ਜਾ ਕੇ ਆਉਂਦੇ ਨੇ। ਆਪਣੇ ਹਿੰਦੂ ਲੋਕ ਭਾਈ ਆ ਜਿਹੜੇ, ਉਹ ਨੇਪਾਲ 'ਚ ਜਾ ਕੇ ਆਉਂਦੇ ਨੇ, ਆਪਦੇ ਮੰਦਰਾਂ ਦੇ ਦਰਸ਼ਨ ਕਰਕੇ ਆਉਂਦੇ ਨੇ। ਮੁਸਲਮਾਨ ਆ ਜਿਹੜੇ ਮੱਕਾ ਮਦੀਨਾ ਜਾ ਕੇ ਆਉਂਦੇ ਨੇ। ਕੋਈ ਇਹੋ ਜਿਹੀ ਗੱਲ ਨਹੀਂ। ਅਸੀਂ ਇੱਥੇ 70 ਸਾਲ ਦੇ ਬੁੜੇ ਆ, ਕੋਈ ਬੁੜੀਆਂ ਹੈਗੀਆਂ 50 60 ਸਾਲ ਦੀਆਂ, 70 ਸਾਲ ਦੀਆਂ। ਇਹਨਾਂ ਨੇ ਕੀ ਗੜਬੜਾ ਕਰਨੀਆਂ, ਕੀ ਸਾਥੋਂ ਮਾਰ ਕੇ ਉਹਨਾਂ ਨੇ ਕੀ ਕੱਢਣਾ ਸਾਡੇ ਕੋਲੋਂ? ਇਹ ਜਾਣਬੁੱਝ ਕੇ ਇਹਨਾਂ ਨੂੰ ਸਮੱਤ ਦੇਵੇ ਪ੍ਰਮਾਤਮਾ। ਕਰੋਨੇ ਦੀ ਕਿਤੇ ਲਾ ਦਿੰਦੇ ਨੇ। ਸਾਰੀਆਂ ਰਿਪੋਰਟਾਂ ਅਸੀਂ ਜੀ ਕਰੋਨੇ ਦੀਆਂ ਕਰਵਾ ਲਈਆਂ, ਸਾਰੇ ਡਾਕੂਮੈਂਟਸ ਪੂਰੇ ਕਰ ਲਏ। ਜਦੋਂ ਸਾਰੀ ਭਗਾਈ ਕਰਕੇ ਅਸੀਂ ਇੱਥੇ ਆਏ, ਤੇ ਇੱਥੇ ਆ ਕੇ ਸ਼ਾਮ ਨੂੰ ਸਾਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਐਂਟਰੀ ਬੰਦ ਹੈ, ਨਹੀਂ ਜਾ ਸਕਦੇ, ਸਿਕਿਉਰਿਟੀ ਨਹੀਂ ਉੱਥੇ ਤੁਹਾਡੇ ਵਾਸਤੇ। ਭਾਰਤ ਸਰਕਾਰ ਨੇ ਵੀ ਉਹਨਾਂ ਦੇ ਕੋਲੇ ਕੋਈ ਇੰਤਜ਼ਾਮ ਨਹੀਂਗਾ, ਅਸੀਂ ਨਹੀਂ ਤੁਹਾਨੂੰ ਜਾਣ ਦੇਵਾਂਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜਿਹੜਾ ਇਹ ਪ੍ਰੋਗਰਾਮ ਬਣਿਆ ਬਣਾਇਆ ਸਾਰਾ ਜਿਹੜਾ ਆ ਉਹ ਰੱਦ ਹੋ ਗਿਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਰਾਤੀ ਬੜੇ ਦੁੱਖ ਦੇ ਨਾਲ ਇਹ ਗੱਲ ਜਿਹੜੀ ਆ ਉਹ ਕਹੀ ਕਿ ਸਾਰਾ ਪ੍ਰੋਗਰਾਮ ਜਿਹੜਾ ਉਹ ਬਣਿਆ ਸੀਗਾ, ਬੱਸਾਂ ਵੀ ਬੁੱਕ ਹੋਈਆਂ ਸੀ, ਅੱਗੇ ਉਧਰ ਵੀ ਗੱਲਬਾਤ ਜਿਹੜੀ ਸਾਰੀ ਹੋਈ ਸੀਗੀ, ਤੇ ਸਾਰਾ ਪ੍ਰੋਗਰਾਮ ਜਿਹੜਾ ਰੱਦ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 100 ਸਾਲਾ ਸ਼ਤਾਬਦੀ, 100 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਇਆ, ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ ਹਿੰਦੁਸਤਾਨ। ਅੰਗਰੇਜ਼ਾਂ ਦੀ ਗੁਲਾਮੀ ਨੂੰ ਕੱਟਣ ਵਾਸਤੇ ਨਰੈਣੂ ਵਰਗੇ ਮਹੰਤ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਕਰਨ ਵਾਸਤੇ ਭਾਈ ਸਾਹਿਬ ਲਛਮਣ ਸਿੰਘ ਜੀ ਧਾਰੋਵਾਲ, ਕਰਤਾਰ ਸਿੰਘ ਝੱਬਰ, ਅਨੇਕਾਂ ਹੀ ਗੁਰਸਿੱਖਾਂ ਨੇ ਉਸ ਵੇਲੇ ਮੌਕੇ ਨੂੰ ਦੇਖਦਿਆਂ ਹੋਇਆ ਆਪਣੇ ਆਪ ਦੀਆਂ ਕੁਰਬਾਨੀਆਂ ਸ਼ਹੀਦੀਆਂ ਦੇ ਕਰਕੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਸ਼ਾਮਲ ਹੋ ਕਰਕੇ ਗੁਰਦੁਆਰਾ ਸਾਹਿਬਾਂ ਨੂੰ ਆਜ਼ਾਦ ਕਰਵਾਇਆ। ਉਹ ਗੁਲਾਮੀ ਨੂੰ ਕੱਟਣ ਵਾਸਤੇ ਜਿਹੜੀ ਅੱਜ ਮੋਦੀ ਨੇ ਸਾਡੇ ਸਿਰੇ ਗੁਲਾਮੀ ਮੜੀ ਹੈ, ਇਸ ਨੂੰ ਕੱਟਣ ਵਾਸਤੇ ਜਿਹੜਾ ਕਿਸਾਨੀ ਅੰਦੋਲਨ ਸੰਘਰਸ਼ ਚੱਲ ਰਿਹਾ, ਇਹਦੀ ਬਦੌਲਤ ਹੀ ਜਿਹੜਾ ਇਹ 100 ਸਾਲਾ ਸ਼ਤਾਬਦੀ ਨੂੰ ਮਨਾਉਣ ਵਾਸਤੇ ਸਿੱਖ ਸੰਗਤਾਂ ਨਨਕਾਣਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਸ਼ਤਾਬਦੀ ਨੂੰ ਮਨਾਉਣ ਵਾਸਤੇ ਆਪਣੇ ਹੌਸਲੇ ਨਾਲ, ਬੜੀਆਂ ਖੁਸ਼ੀਆਂ ਚਾਵਾਂ ਨਾਲ ਜਾ ਰਹੇ ਸਨ। ਉਹ ਮੋਦੀ ਸਰਕਾਰ ਨੇ ਇੱਕ ਸਿੱਖਾਂ ਨੂੰ ਇਸ ਢੰਗ ਨਾਲ ਜਲੀਲ ਕਰਨਾ ਕੀਤਾ ਕਿ ਆਪਣੇ ਗੁਰਧਾਮਾਂ ਤੋਂ ਇਹ ਵਾਂਝੇ ਰਹਿਣ, ਕਿਉਂਕਿ ਹਰ ਇੱਕ ਧਰਮ ਨੂੰ ਪੂਰਨ ਆਜ਼ਾਦੀ ਹੈ। ਜੇ ਸਾਡੇ ਗੁਰੂ ਸਾਹਿਬਾਂ ਨੇ ਇਸ ਆਜ਼ਾਦੀ ਨੂੰ ਲੈਣ ਵਾਸਤੇ ਇੰਨੀਆਂ ਇਤਿਹਾਸਕ ਕੁਰਬਾਨੀਆਂ ਕੀਤੀਆਂ, ਅੱਜ ਇਹ ਮੋਦੀ ਸਰਕਾਰ ਉਹ ਔਰੰਗਜ਼ੇਬ ਵਾਲੀ ਨੀਤੀ 'ਤੇ ਚੱਲ ਰਹੀ ਹੈ। ਤੇ ਸਤਿਗੁਰੂ ਇਹਨੂੰ ਸਮੱਤ ਬਖਸ਼ੇ, ਸਿੱਖ ਸੰਗਤਾਂ ਨੂੰ ਇਹ ਹੌਸਲੇ ਬਖਸ਼ੇ, ਇਹਨੂੰ ਕਿ ਸਮੱਤ ਬਖਸ਼ੇ, ਇਹ ਆਪਣੇ ਸਿੱਧੇ ਰਾਹ 'ਤੇ ਚੱਲੇ ਅਤੇ ਜਿਹੜਾ ਕਿਸਾਨੀ ਅੰਦੋਲਨ 'ਚ ਵੀ ਚੱਲ ਰਿਹਾ ਉਸ ਨੂੰ ਜਿਹੜਾ ਇਹ ਹਰ ਢੰਗ ਨਾਲ ਬਦਨਾਮ ਕਰਨ 'ਤੇ ਤੁਲਿਆ ਹੋਇਆ, ਤੇ ਇਹ ਜਿਹੜੇ ਤਿੰਨੇ ਕਾਨੂੰਨ ਵਾਪਸ ਲਵੇ ਅਤੇ ਜਿਹੜੇ ਇਹ ਹਰ ਇੱਕ ਦੇ ਉੱਤੇ ਗੁਲਾਮੀ ਥੋਪਣ ਨੂੰ ਸਿਰ 'ਤੇ ਚੜ੍ਹਿਆ ਹੋਇਆ, ਤੇ ਸਤਿਗੁਰੂ ਅੱਗੇ ਇਹੋ ਅਰਦਾਸ ਹੈ ਇਹਨੂੰ ਸਮੱਤ ਬਖਸ਼ੇ। ਤੇ ਜਿਵੇਂ ਇਹ ਆਪਣੇ ਆਪ ਨੂੰ ਆਜ਼ਾਦ ਹੋ ਕੇ ਮੰਨ ਰਿਹਾ, ਆਜ਼ਾਦੀ ਮੰਨ ਰਿਹਾ, ਹਰ ਇੱਕ ਨੂੰ ਆਜ਼ਾਦੀ ਮੰਨਣ ਦਾ ਹੱਕ ਹੈ। ਹਰ ਇੱਕ ਨੂੰ ਆਪੋ ਆਪਣੇ ਧਰਮ ਦੇ ਅੰਦਰ ਰਹਿ ਕੇ ਆਪਣੇ ਪ੍ਰਕਾਸ਼ ਪੁਰਬ, ਮੰਦਰਾਂ ਦੇ ਜਿਹੜੇ ਪ੍ਰੋਗਰਾਮ ਹੈ, ਹਰ ਇੱਕ ਨੂੰ ਅਧਿਕਾਰ ਹੈ ਅਸੀਂ ਆਪੋ ਆਪਣੇ ਪ੍ਰੋਗਰਾਮ ਕਰੇ। ਪਰ ਇਹ ਸਿੱਖਾਂ ਉੱਤੇ ਖਾਸ ਕਰਕੇ ਜਿਵੇਂ ਇਹਨੂੰ ਨਾ ਸਿੱਖਾਂ ਨਾਲ ਕੋਈ ਨਫ਼ਰਤ ਹੈ, ਇਸ ਢੰਗ ਨਾਲ ਇਹਨੇ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਬਿਲਕੁਲ ਮੌਕੇ 'ਤੇ ਆ ਕੇ, ਅਸੀਂ ਹਰਿਆਣੇ ਤੋਂ ਆ ਰਹੇ ਹਾਂ, ਮੰਡੀ ਡੱਬਵਾਲੀ ਤੋਂ, ਗੁਰਬਚਨ ਸਿੰਘ ਮੇਰਾ ਨਾਂ, ਮੇਰੇ ਨਾਲ ਵੀ ਸਿੱਖ ਸੰਗਤਾਂ। ਅਸੀਂ ਜਦੋਂ ਅੰਬੈਸੀ ਤੋਂ ਵੀਜ਼ੇ ਲਏ ਨਾ, ਸਾਨੂੰ ਅੰਬੈਸੀ ਦੇ ਵਿੱਚੋਂ ਇਹ ਪਤਾ ਲੱਗਾ ਵੀ ਅਸੀਂ ਤੁਹਾਨੂੰ ਵੀਜ਼ੇ ਦੇ ਦਿੱਤੇ ਹਨ ਤੇ ਤੁਹਾਡੀ ਸਰਕਾਰ 'ਤੇ ਸਾਨੂੰ ਵਿਸ਼ਵਾਸ ਨਹੀਂ। ਹਾਲਾਂਕਿ ਅੰਬੈਸੀ ਵੱਲੋਂ ਵੀ, ਅੰਬੈਸਡਰ ਵੱਲੋਂ ਵੀ
ਭਾਰਤ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਗਿਆ ਵੀ ਸਾਡੇ ਸਰਕਾਰੀ ਮਹਿਮਾਨ ਹਨ, ਇਹਨਾਂ ਨੂੰ ਇੱਕ ਦਿਨ ਵਾਸਤੇ 18 ਤਰੀਕ ਨੂੰ ਅਤੇ 25 ਤਰੀਕ ਨੂੰ ਬਾਰਡਰ ਖੋਲ੍ਹਿਆ ਜਾਵੇ ਅਤੇ ਸਿੱਖ ਸੰਗਤਾਂ ਨੂੰ ਜਿਹੜੀਆਂ ਸਾਡੀਆਂ ਮਹਿਮਾਨ ਹਨ ਉਹਨਾਂ ਨੂੰ ਉੱਥੇ ਪ੍ਰੋਗਰਾਮ ਮਨਾਉਣ ਦਿੱਤਾ ਜਾਵੇ। ਉਹਨਾਂ ਵੱਲੋਂ ਇਹ ਇੰਨਾ ਇੰਤਜ਼ਾਮ ਕੀਤਾ ਗਿਆ ਸੀ, ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ, ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਬਣਾਇਆ ਹੋਇਆ ਸੀ। ਪਰ ਮੋਦੀ ਸਰਕਾਰ ਨੇ ਅੰਦਰੋਂ ਅੰਦਰ ਪਤਾ ਨਹੀਂ ਕੀ ਨੀਤੀ ਧਾਰੀ। ਕੱਲ੍ਹ ਸ਼ਾਮ ਨੂੰ ਜਦੋਂ ਅਸੀਂ ਤਾਂ ਬੱਸਾਂ ਦੇ ਵਿੱਚ ਹੀ ਬੈਠੇ ਸੀ, ਜਦੋਂ ਫੋਨ ਆਏ ਨਾ ਕਹਿੰਦੇ ਆ ਪਤਾ ਲੱਗਿਆ ਵੀ ਨਨਕਾਣਾ ਸਾਹਿਬ ਦਾ ਜਥਾ ਜਿਹੜਾ ਕੈਂਸਲ ਹੋ ਗਿਆ। ਮੈਂ ਕਿਹਾ ਅੰਮ੍ਰਿਤਸਰ ਪਹੁੰਚਿਆ ਸੀ, ਰਾਤ 9:30 ਵਜੇ ਪਹੁੰਚੇ ਇੱਥੇ। ਜਦੋਂ ਇੱਥੇ ਆ ਕੇ ਪਤਾ ਲੱਗਿਆ ਕਹਿੰਦੇ ਵੀ 6:30 ਵਜੇ ਉਹਨਾਂ ਨੇ ਕਾਨਫਰੰਸ ਕੀਤੀ ਹੈ ਅਤੇ ਉਹਦੇ ਵਿੱਚ ਐਲਾਨ ਕਰ ਦਿੱਤਾ, ਟੀਵੀ ਤੇ ਖਬਰ ਆ ਰਹੀ ਹੈ। ਭਾਈ ਸਾਹਿਬ ਗੱਲ ਇਹ ਆ ਕਿ ਨਵੰਬਰ ਦੇ ਵਿੱਚ ਪਿਛਲੇ ਸਾਲ ਜਥਾ ਜਾਂਦਾ ਆ, ਉਦੋਂ ਕੋਈ ਕਰੋਨਾ ਦਾ ਨਹੀਂ ਗੱਲਬਾਤ ਹੈਗੀ, ਉਹ ਹੁਣ ਤਾਂ ਸਿੱਧਾ ਹੀ ਲੱਗਦਾ ਕਿ ਬਹਾਨਾ ਹੀ ਬਣਾਇਆ ਗਿਆ। ਦੇਖ ਲਓ ਉਸ ਵੇਲੇ ਨਾ ਇੰਨਾ ਉਤਸ਼ਾਹ ਬਣਿਆ ਸੀ, ਜਦੋਂ ਮਰਜ਼ੀ ਕੋਈ ਆਵੇ ਜਾਵੇ। ਹਰ ਇੱਕ ਨੂੰ ਨਾ 8 ਦਿਨਾਂ ਦਾ 9 ਦਿਨਾਂ ਦਾ ਵੀਜ਼ਾ ਦਿੱਤਾ ਹੋਇਆ ਸੀ। ਜਿਹਨੇ 1 ਦਿਨ ਲਾਉਣਾ 1 ਦਿਨ ਲਾ ਕੇ ਆਵੇ, ਜਿਹਨੇ 9 ਦਿਨ ਲਾਉਣੇ 9 ਦਿਨ ਲਾ ਕੇ ਆਵੇ। ਬੜੀ ਖੁਸ਼ੀ ਬਣੀ ਹੋਈ ਸੀ। ਪਰ ਇਹ ਤਾਂ ਇੱਕ ਕਰੋਨੇ ਦਾ ਬਹਾਨਾ ਹੈ, ਕੋਈ ਕਰੋਨਾ ਨਹੀਂ। ਉੱਥੇ ਲੱਖਾਂ ਸੰਗਤਾਂ ਨਾ ਟਿਕਰੀ ਬਾਰਡਰ ਤੇ, ਸ਼ੰਭੂ ਬਾਰਡਰ ਤੇ ਮੈਂ ਖੁਦ ਜਾ ਕੇ ਆਇਆ ਉਹਦੇ ਵਿੱਚ, ਪਰ ਉੱਥੇ ਕੋਈ ਕਰੋਨਾ ਨਹੀਂ। ਇਹਨੇ ਇੱਕ ਬਸ ਨਾ ਪਲਾਨ ਬਣਾਇਆ ਕਰੋਨੇ ਦਾ, ਕੋਈ ਸਿਕਿਉਰਿਟੀ ਦਾ ਇਹਨੇ ਬਹਾਨਾ ਬਣਾ ਕੇ। ਹਾਲਾਂਕਿ ਜਿਹੜਾ ਉਧਰ ਇੰਤਜ਼ਾਮ ਹੈ ਨਾ, ਮੇਰਾ ਖਿਆਲ ਅਸੀਂ ਨਾ ਉਹਨਾਂ ਦੀ ਸਿਫਤ ਕਰਨੋਂ ਰਹਿ ਹੀ ਨਹੀਂ ਸਕਦੇ। ਪਰ ਮੋਦੀ ਸਰਕਾਰ ਇੱਕ ਦੂਸਰੇ ਦੇਸ਼ ਨੂੰ ਬਦਨਾਮ ਕਰਨ ਵਾਸਤੇ ਉਹਦੇ ਸਿਕਿਉਰਿਟੀ ਦੀ ਕਮੀ ਕਰਕੇ ਜੀ ਅਸੀਂ ਇਹ ਜਥਾ ਰੋਕ ਰਹੇ ਹਾਂ। ਕੋਈ ਕਰੋਨਾ ਨਹੀਂ, ਕੋਈ ਸਿਕਿਉਰਿਟੀ ਦਾ ਬਹਾਨਾ ਲਾ ਕੇ ਸਿੱਖਾਂ ਨੂੰ ਜਲੀਲ ਕਰਨ ਵਾਸਤੇ ਇਹ ਕੰਮ ਕੀਤਾ ਗਿਆ। ਜਥੇਦਾਰ ਜੀ ਨੇ ਵੀ ਇਹ ਅਪੀਲ ਜਦੋਂ ਕੀਤੀ ਨਾ, ਨਿਖੇਧੀ ਕੀਤੀ, ਤੇ ਸਾਡਾ ਦਿਲ ਬੜਾ ਦੁਖੀ ਹੋਇਆ, ਕਿਉਂਕਿ ਅਸੀਂ ਗੁਰਧਾਮ ਦਰਸ਼ਨ ਕਰਨ ਵਾਸਤੇ ਜਾਣਾ ਸੀ, ਇਸ ਸ਼ਤਾਬਦੀ ਮਨਾਉਣ ਵਾਸਤੇ ਜਾਣਾ ਸੀ। ਪਰ ਮੋਦੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਨਾ, ਇਹ ਸਿੱਖਾਂ ਦੇ ਤਾਂ ਵਿਰੁੱਧ ਹੈ ਹੀ ਹੈ। ਪਰ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਸਾਰੇ ਦੇਸ਼ ਦੇ ਵਿਰੁੱਧ ਹੈ। ਹਰ ਇੱਕ ਸਟੇਟ ਦਾ ਕਿਸਾਨ ਉੱਥੇ ਬੈਠਾ ਹੈ। ਜਿਹੜਾ ਇਕੱਲੇ ਪੰਜਾਬ ਦਾ ਨਾਂ ਲੈ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਤੁਰਿਆ ਹੋਇਆ ਨਾ, ਸਾਰਾ ਹਿੰਦੁਸਤਾਨ ਦਾ ਕਿਸਾਨ ਉੱਥੇ ਬੈਠਾ ਹੈ। ਬਿਲਕੁਲ ਭਾਈ ਸਾਹਿਬ ਉੱਥੇ ਸੰਗਤ ਜਾਊਗੀ ਵੀ ਪਾਕਿਸਤਾਨ 'ਚ ਜੇ ਗੋਦੀ ਮੀਡੀਆ ਤਾਂ ਉੱਥੇ ਗੱਲ ਨਹੀਂ ਪਹੁੰਚਾਉਂਦਾ, ਜਿਹੜੀ ਕਿਸਾਨਾਂ ਵਾਲੀ ਹੈ। ਜੋ ਵੀ ਸੰਗਤ ਜਾਊਗੀ ਦੂਜੇ ਦੇਸ਼ 'ਚ ਅਸੀਂ ਬਦਨਾਮ ਹੋਵਾਂਗੇ। ਇਸ ਕਰਕੇ ਵੀ ਇੰਨੀ ਸੰਗਤ ਜਾਊਗੀ, ਹਰ ਇੱਕ ਕੋਲੇ ਗੱਲ ਹੋਊਗੀ, ਦੂਜੇ ਦੇਸ਼ 'ਚ ਅਸੀਂ ਬਦਨਾਮ ਹੋਵਾਂਗੇ। ਇਸ ਕਰਕੇ ਸਾਨੂੰ ਕੈਂਸਲ ਕੀਤਾ ਗਿਆ। ਕੀ ਕਹਿਣਾ ਚਾਹੋਗੇ ਤੁਸੀਂ ਜੀ? ਵੀਰ ਜੀ ਵੱਡੀ ਗੱਲ ਹੈ ਵੀ ਇਹ ਜਿਹੜਾ 100 ਸਾਲਾ ਸਾਡਾ ਸ਼ਹੀਦੀ ਦਿਵਸ ਸੀਗਾ ਮਨਾਉਣ ਚੱਲੇ ਸੀ, ਬੜਾ ਉਤਸ਼ਾਹ ਸੀ। ਜ਼ਿੰਦਗੀ 'ਚ ਕਈ ਵਾਰੀ ਇਤਿਹਾਸ ਬਣ ਜਾਂਦੇ ਆ। ਹੁਣ ਮੈਂ ਭਰੇ ਮਨ ਨਾਲ ਕਹਿਣਾ ਮੇਰੀ ਲਾਈਫ 'ਚ ਤਾਂ ਆਊ ਨਾ, 100 ਸਾਲ ਬਾਅਦ ਆਇਆ ਸੀ, ਮੇਰੀ ਜ਼ਿੰਦਗੀ 'ਚ ਤਾਂ ਆਉਣਾ ਨਹੀਂ ਉਹ, ਕਿਉਂਕਿ ਐਡਾ ਵੱਡਾ ਪਾਪ ਕੀਤਾ ਹੈ। ਕੱਲ ਅਸੀਂ ਵੀਰ ਜੀ ਇੱਕੋ ਕਮਰੇ 'ਚ ਰੁਕੇ, ਬੜਾ ਪਿਆਰ ਨਾਲ ਅਸੀਂ ਗੱਲਾਂ ਕਰਦੇ ਪਏ ਸੀ ਵੀ ਆਪਾਂ ਪਾਕਿਸਤਾਨ ਜਾਵਾਂਗੇ, ਆਪਦੇ ਉੱਥੇ ਇਤਿਹਾਸ ਦਾ ਹਿੱਸਾ ਬਣਾਂਗੇ, ਆਪਦੀ ਮਿੱਟੀ ਨੂੰ ਸਲਾਮ ਕਰਾਂਗੇ। ਦੂਜੀ ਗੱਲ ਹੈ, ਜਿੱਥੋਂ ਸਿੱਖ ਸੁਧਾਰ ਲਹਿਰ ਸ਼ੁਰੂ ਹੋਈ ਹੈ, ਜਿੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪ ਹੋਣ ਚਾਹੀ ਹੈ, ਉੱਥੇ ਜਾਵਾਂਗੇ। ਪਰ ਆ ਜਿਹੜਾ ਮੌਕੇ ਤੇ ਭਾਰਤ ਸਰਕਾਰ ਦਾ ਜਿਹੜਾ ਰਵੱਈਆ ਬਹੁਤ ਜ਼ਿਆਦਾ ਗਲਤ ਆ। ਸਾਡੇ ਕੋਲੇ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਉਹਦੀ ਨਿਖੇਧੀ ਕਰ ਸਕੀਏ। ਧੱਕਾ ਹੋਇਆ ਜੀ, ਬਸ ਇਹੀ। ਜਦੋਂ ਗੁਰਦੁਆਰੇ ਛੜਾਏ ਸੀਗੇ ਜੀ, ਉਦੋਂ ਮਹਾਤਮਾ ਗਾਂਧੀ ਨੇ ਇਹ ਕਿਹਾ ਸੀਗਾ ਵੀ ਆਪਾਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਵੀ 50% ਜੰਗ ਜਿੱਤ ਲਈ ਆ। ਉਦੋਂ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਸਿੱਖਾਂ ਦੇ ਗੁਰਦੁਆਰੇ ਆਜ਼ਾਦ ਹੋਣ ਤੇ ਖੁਸ਼ੀ ਮਨਾਈ ਸੀ। ਅੱਜ ਉਸੇ ਗੁਜਰਾਤ ਦਾ ਪ੍ਰਧਾਨ ਮੰਤਰੀ ਸਾਡੇ ਲੋਕਾਂ ਦੁਆਰਾ ਚੁਣਿਆ ਹੋਇਆ, ਸਾਡੀ ਇੰਡੀਆ ਦੀ ਸਰਕਾਰ, ਭਾਰਤ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ, ਉਹ ਸਾਡੇ ਨਾਲ ਇਹ ਵਿਤਕਰਾ ਕਰਦੀ ਹੈ ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ। ਤੇ ਸਾਡੇ ਉੱਥੇ ਬਜ਼ੁਰਗ ਅੱਧੇ ਸੰਗਤ ਦੇ ਤਾਂ ਉੱਥੇ ਪਿੰਡ ਨੂੰ ਉਧਰ ਦੇ ਉਹ ਆਪਦੇ ਪੁਰਖਿਆਂ ਦੀ ਮਿੱਟੀ ਨੂੰ ਦਰਸ਼ਨ ਕਰਕੇ ਆਉਣਗੇ, ਸਲਾਮ ਕਰਕੇ ਆਉਣੇ ਹੈ। ਅਸੀਂ ਕੋਈ ਉੱਥੇ ਜੰਗ ਥੋੜਾ ਲੜਨੀ ਹੈ ਜਾਂ ਕੋਈ ਬਜ਼ੁਰਗ ਨਾ, ਬੱਚੇ ਨਾ, ਔਰਤਾਂ ਨਾ, ਉਹਨਾਂ ਨੇ ਉੱਥੇ ਜਾ ਕੇ ਮਹਾਰਾਜ ਦੀ ਜਿਹੜੇ ਗੁਰੂ ਨਾਨਕ ਸਾਹਿਬ ਦੀ ਜਨਮ ਸਥਲੀ ਹੈ ਜਾਂ ਉੱਥੇ ਉਹਨਾਂ ਦਾ ਕਾਰਜ ਖੇਤਰ ਹੈ, ਉਹਦੇ ਦਰਸ਼ਨ ਕਰਨੇ ਸੀਗੇ। ਤੇ ਇਹਨਾਂ ਨੇ ਇਹ ਬਹੁਤ ਵੱਡਾ ਪਾਪ ਕੀਤਾ ਜੀ, ਸਾਨੂੰ ਬੜਾ ਰੋਸ ਹੈ। ਸਾਡਾ ਤਾਂ ਨਾ ਉਹ ਮੱਕਾ ਹੈ, ਜਿਵੇਂ ਸਾਡੇ ਮੁਸਲਮਾਨ ਵੀਰ ਮੱਕੇ ਜਾਂਦੇ ਆ ਨਾ, ਤੇ ਉਹਨਾਂ ਦੇ ਨਾਲ ਨਾਂ ਲੱਗ ਜਾਂਦਾ ਹੈ ਹਾਜੀ। ਇੱਕ ਮੁਸਲਮਾਨ ਵੀਰ ਨਾਲ ਜਦੋਂ ਵਿਚਾਰ ਹੋਏ ਨਾ, ਮੈਂ ਕਿਹਾ ਤੁਹਾਡਾ ਹਾਜੀ ਇਹਦਾ ਮਤਲਬ ਕੀ ਹੈ, ਮੈਨੂੰ ਸਮਝਾਓ ਥੋੜਾ ਜਿਹਾ। ਕਹਿੰਦੇ ਆ ਅਸੀਂ ਜਿਹੜਾ ਵੀ ਜਾਈਏ ਨਾ ਇੱਕ ਵਾਰ ਹੱਜ ਕਰੇਗੇ, ਤੇ ਮੇਰਾ ਨਾਮ ਤਾਂ ਸੁਲੇਮਾਨ ਹੈ, ਮੈਂ ਹੱਜ ਕਰਕੇ ਆਇਆ ਤੇ ਮੇਰਾ ਨਾਮ ਸੁਲੇਮਾਨ ਹਾਜੀ ਪੈ ਗਿਆ। ਮੈਂ ਕਿਹਾ ਹੱਜ ਦਾ ਇਹਦਾ ਮੈਨੂੰ ਮਕਸਦ ਦੱਸ, ਕੀ ਭਾਵ ਕੀ ਹੈ? ਕਹਿੰਦੇ ਜਿਵੇਂ ਤੁਸੀਂ, ਮੈਂ ਇੰਨਾ ਹੀ ਕਹਿ ਸਕਦਾ, ਮੈਂ ਬਿਆਨ ਤਾਂ ਨਹੀਂ ਕਰ ਸਕਦਾ। ਕਹਿੰਦਾ ਜਿਵੇਂ ਤੁਸੀਂ ਕਹਿੰਦੇ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਗਈ ਤੇ ਸਾਨੂੰ ਵਹਿਸ਼ਤ ਮਿਲ ਗਈ। ਜਦੋਂ ਉਹਨੇ ਇਹ ਗੱਲ ਕਹੀ ਨਾ, ਤੇ ਮੈਂ ਕਿਹਾ ਸਾਡਾ ਤਾਂ ਮੱਕਾ ਹੀ ਨਨਕਾਣਾ, ਸਾਡੀ ਹੋਂਦ ਨਨਕਾਣਾ, ਸਾਡਾ ਜੀਵਨ ਨਨਕਾਣਾ।
ਜੇ ਨਨਕਾਣਾ ਨਾ ਹੁੰਦਾ ਤੇ ਅਸੀਂ ਕੋਈ ਨਹੀਂ ਹੋਣਾ ਸੀ। ਇਹ ਮਨ ਦੇ ਵਿੱਚ ਜਦੋਂ ਖਿਆਲ ਬਣਿਆ ਨਾ, ਫਿਰ ਇੱਕ ਲਹਿਰ ਉੱਠੀ ਮਨ ਚੋਂ, ਅਸਾਂ ਦੀ ਹਾਜੇ ਕਾਬੇ ਵਾਲੀ, ਸਾਥੋਂ ਵਿਛੜੇ ਨਾ ਨਨਕਾਣਾ, ਤੂੰ ਹੀ ਹਰ ਹਿਰਦੇ ਅੰਦਰ, ਮੈਂ ਤੇਰੀ ਸਾਰ ਨਾ ਜਾਣਾ, ਤੂੰ ਸਭਨਾਂ ਲਈ ਇੱਕੋ ਜਿਹਾ, ਤੂੰ ਸਭਨਾਂ ਲਈ ਇੱਕੋ ਜਿਹਾ, ਨਾ ਕੋਈ ਦਿਸੇ ਬੇਗਾਨਾ, ਹਿਰਦੇ ਵਸ ਜਾਏ ਨਾਨਕ ਦਾ ਨਨਕਾਣਾ, ਹਿਰਦੇ ਵਸ ਜਾਏ ਨਾਨਕ ਦਾ ਨਨਕਾਣਾ। ਇਹ ਰੀਝ, ਇਹ ਤਾਂ ਹਰ ਇੱਕ ਸਿੱਖ ਦੇ ਮਨ ਅੰਦਰ ਹੈ। ਹਰ ਇੱਕ ਸਿੱਖ ਅਰਦਾਸ ਕਰਦਾ ਸਵੇਰੇ ਸ਼ਾਮ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਬਖਸ਼ੋ। ਹਰ ਰੋਜ਼ ਦੀ ਅਰਦਾਸ ਹੈ, ਕਰੋੜਾਂ ਸਿੱਖਾਂ ਦੀ, ਕਰੋੜਾਂ ਵੀਰਾਂ ਦੀ, ਕਰੋੜਾਂ ਬੀਬੀਆਂ ਮਾਤਾਵਾਂ ਦੀ ਅਰਦਾਸ ਹੈ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਾ। ਇਹ ਦੀਦਾਰ ਨੂੰ ਰੋਕਣ ਵਾਸਤੇ ਜਿਹੜਾ ਮੋਦੀ ਨੇ ਐਲਾਨ ਕੀਤਾ ਨਾ, ਸਾਨੂੰ ਬਹੁਤ ਹੀ ਦੁੱਖ ਹੈ। ਅਸੀਂ ਇਹਦੀ ਜਿੰਨੀ ਨਿਖੇਧੀ ਕਰੀਏ ਥੋੜ੍ਹੀ ਹੈ, ਤੇ ਸਤਿਗੁਰੂ ਇਹਨੂੰ ਸਮੱਤ ਬਖਸ਼ੇ, ਕਿਉਂਕਿ ਨਾ ਹਰ ਇੱਕ ਨੂੰ ਗੁਰੂ ਸਾਹਿਬਾਂ ਨੇ ਆਜ਼ਾਦੀ ਲੈ ਕੇ ਦਿੱਤੀ। ਜੇ ਗੁਰੂ ਸਾਹਿਬ 9ਵੇਂ ਪਾਤਸ਼ਾਹ ਆਪਣੀ ਸ਼ਹੀਦੀ ਨਾ ਦਿੰਦੇ ਤੇ ਨਾ ਇਹ ਮੋਦੀ ਹੋਣਾ ਸੀ ਤੇ ਨਾ ਇਹ ਸ਼ਾਹ ਹੋਣਾ ਸੀ, ਤੇ ਸਾਰੇ ਇੱਥੇ ਖਾਹ ਹੀ ਹੋਣੇ ਸੀ। ਤੇ ਅਜੇ ਵੀ ਇਹਨੂੰ ਜੇ ਅਕਲ ਨਾ ਆਈ ਨਾ, ਬਸ ਫਿਰ ਪਤਾ ਨਹੀਂ ਕੁਦਰਤ ਕੀ ਵਿਧ ਬਣਾਈ ਜਾਂਦੀ ਹੈ ਇਹਨੂੰ ਸਿੱਧਾ ਕਰਨ ਵਾਸਤੇ, ਇਹ ਪਰਮਾਤਮਾ ਹੀ ਜਾਣੇ। ਸਾਹਿਬ ਨੇ ਨਨਕਾਣਾ ਸਾਹਿਬ ਪੈਰ ਪਾਏ, ਅਵਤਾਰ ਧਾਰਿਆ, ਜਿੱਥੇ ਅਸੀਂ ਉਹਨਾਂ ਥਾਵਾਂ ਦੇ ਦਰਸ਼ਨ ਕਰਨੇ ਸੀ ਜਿੱਥੇ ਗੁਰੂ ਸਾਹਿਬ ਨੂੰ ਪੜ੍ਹਨੇ ਬਿਠਾਇਆ ਗਿਆ, ਜਿੱਥੇ ਗੁਰੂ ਸਾਹਿਬ ਲੰਗਰ ਛਕਾ ਕੇ 20 ਰੁਪਈਆਂ ਦਾ ਤੇ ਆ ਕੇ ਝਿੜੀ ਸਾਹਿਬ ਗੁਰਦੁਆਰਾ ਬੈਠੇ, ਤੇ ਜਿਨ੍ਹਾਂ ਨੂੰ ਉਹਨਾਂ ਦੇ ਮਾਤਾ ਪਿਤਾ ਉਹ ਡਰਦੇ ਮਾਰੇ ਉੱਥੇ ਬਹਿ ਗਏ, ਉਹਨਾਂ ਨੂੰ ਆ ਕੇ ਘਰੇ ਲੈ ਕੇ ਗਏ। ਸਾਡੇ ਗੁਰੂ ਸਾਹਿਬ ਦੀਆਂ ਉੱਥੇ ਯਾਦਾਂ, ਅਸੀਂ ਉਹਨਾਂ ਯਾਦਾਂ ਦੀ ਦਰਸ਼ਨ ਕਰਕੇ ਆਉਣੇ ਸੀ। ਇਤਿਹਾਸ ਦਾ ਇੱਕ ਹਿੱਸਾ ਜਿਹੜਾ ਬਣਨਾ ਸੀ 100 ਸਾਲਾ ਸ਼ਤਾਬਦੀ ਜਿਹੜੀ ਆ ਉਹਦੇ 'ਚ ਜਾਣਾ ਸੀ। ਅੱਗੇ ਪਿੱਛੇ ਕੱਟ ਦਿੰਦੇ ਜੀ, ਅੱਗੇ ਪਿੱਛੇ ਕੱਟ ਦਿੰਦੇ। 100 ਸਾਲਾ ਜਿਹੜੀ ਸ਼ਤਾਬਦੀ ਹੈ ਹਰੇਕ ਆਪਾਂ ਮਨਾਉਂਦੇ ਆ, 100 ਸਾਲਾ 2 ਸਾਲ ਸਾਨੂੰ ਤਾਂ ਆਉਣੀ ਨਹੀਂ ਜੀ। ਇਤੋਂ ਦੁੱਖ ਹੋਰ ਕਿਹੜਾ ਹੋਊਗਾ, ਸਾਨੂੰ ਤਾਂ ਆਉਣੀ ਨਹੀਂ, ਕਿਸੇ ਨੂੰ ਨਹੀਂ ਆਉਣੀ। ਜਿਹੜੇ ਇਸ ਤੋਂ ਬਾਅਦ ਜੰਮਣਗੇ ਉਹਨਾਂ ਨੂੰ ਪਵਾ ਆ ਜੇ। ਇਹ ਗਾਂਧੀ ਨਹੀਂ ਬਣਾ ਸਕਦਾ। ਇਹ ਬਿਲਕੁਲ ਸਾਡੇ ਨਾਲ ਬਹੁਤ ਹੀ ਧੱਕਾ ਕੀਤਾ ਗਿਆ ਹੈ ਜੀ। ਜੋ ਗੁਰੂ ਸਾਹਿਬ ਜਿੱਥੋਂ ਸਿੱਖੀ ਪੈਦਾ ਹੋਈ, ਸਿੱਖੀ ਸ਼ੁਰੂ ਹੋਈ, ਉਹ ਦਰਸ਼ਨ ਅਸੀਂ ਉਸ ਸਥਾਨ ਦੇ ਦਰਸ਼ਨ ਕਰਨ ਜਾਣਾ ਸੀ ਤੇ ਸਾਨੂੰ ਰੋਕ ਦਿੱਤਾ ਗਿਆ। ਬਹੁਤ ਦੁੱਖ ਲੱਗਿਆ ਹੈ। ਬਿਲਕੁਲ, ਸੋ ਇਹ ਵਾਕਿਆ ਹੀ ਦੁੱਖ ਵਾਲੀ ਗੱਲ ਹੈ ਕਿ ਜਿਹੜੀਆਂ ਸੰਗਤਾਂ ਦੇ ਵੀਜ਼ੇ ਲੱਗੇ ਸੀਗੇ, ਪਹਿਲਾਂ ਵੀ ਜਦੋਂ ਸੰਗਤ ਦੇ ਕਈ ਵਾਰ ਵੀਜ਼ੇ ਨਹੀਂ ਲੱਗਦੇ ਤਾਂ ਉਹ ਨਿਰਾਸ਼ ਹੁੰਦੀਆਂ ਨੇ, ਪਰ ਜਿਨ੍ਹਾਂ ਦੇ ਵੀਜ਼ੇ ਲੱਗੇ ਸੀ, ਜਿਨ੍ਹਾਂ ਦਾ ਸਾਰਾ ਪ੍ਰੋਗਰਾਮ ਬਣਿਆ ਸੀ, ਜਿਨ੍ਹਾਂ ਨੇ ਜਾਣਾ ਸੀਗਾ, ਉਹਨਾਂ ਦਾ ਸਾਰਾ ਪ੍ਰੋਗਰਾਮ ਜਿਹੜਾ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਆ ਇੱਕ ਸੁਨੇਹਾ ਪਹੁੰਚਦਾ ਆ ਕਿ ਇਹ ਸ਼ਰਧਾਲੂ ਜਿਹੜੇ ਆ ਉਹ ਨਹੀਂ ਜਾ ਸਕਦੇ। ਸਿਕਿਉਰਿਟੀ ਰੀਜ਼ਨ ਦਿੱਤਾ ਗਿਆ, ਨਾਲ ਕੋਵਿਡ ਦਾ ਰੀਜ਼ਨ ਜਿਹੜਾ ਆ ਉਹ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਜਿਹੜਾ ਜਥਾ ਆ ਉਸ ਨੂੰ ਰੋਕ ਦਿੱਤਾ ਗਿਆ। ਸੋ ਇਸ ਦੀ ਚਾਰੇ ਪਾਸੋਂ ਹੀ ਨਿਖੇਧੀ ਜਿਹੜੀ ਆ ਹੋ ਰਹੀ ਆ। ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਇਲੈਕਸ਼ਨ ਦੇ ਨਤੀਜੇ ਜਿਹੜੇ ਆ ਹੁਣ ਆਏ ਆ, ਉਹਦੇ ਵਿੱਚ ਬੀਜੇਪੀ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਲੋਕਾਂ ਨੇ ਵੋਟ ਤੱਕ ਨਹੀਂ ਪਾਈ ਪੰਜਾਬ ਦੇ ਵਿੱਚ, ਉਹ ਵੀ ਇੱਕ ਫੈਕਟਰ ਜਿਹੜਾ ਰਹਿ ਸਕਦਾ ਆ। ਤੇ ਨਾਲ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਆ ਉਹਦੀ ਗੱਲ ਜਾ ਕੇ ਫਿਰ ਪਾਕਿਸਤਾਨ ਦੇ ਵਿੱਚ ਵੀ ਹੋਵੇਗੀ, ਚਰਚਾ ਛਿੜੇਗੀ, ਉਹ ਵੀ ਇੱਕ ਫੈਕਟਰ ਜਿਹੜਾ ਉਹ ਰਹਿ ਸਕਦਾ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।